टिशू पेपर वर्गे ने जी भी इन्हां नूं वरतो सिੱਟੋ। विद्यार्थी आपदे हक्कां प्रति जाणू ना होवे, वो भी तो राजनीति आ, वो लटेरियां दी आ, वो राजनीति है वोट बटोरू पार्टियां दी आ। ਜਦੋਂ ਰਾਜਨੀਤੀ ਆਉਂਦੀ ਆ ਤਾਂ ਬੜੇ ਬੜੇ ਦਿੱਗਜ ਢਹਿ ਢੇਰੀ ਹੁੰਦੇ ਨੇਗੇ, ਇਹ ਚੀਜ਼ਾਂ ਤੋਂ ਸਰਕਾਰਾਂ ਡਰਦੀਆਂ ਨੇਗੀਆਂ। ਇਹ ਸਮੇਂ ਦੇ ਵਿੱਚ ਕੋਈ ਵਿਦਿਆਰਥੀ ਕਹੇ, ਕੋਈ ਇਨਸਾਨ ਕਹੇ ਵੀ ਮੈਂ ਰਾਜਨੀਤੀ ਨਹੀਂ ਕਰਨੀ, ਤਾਂ ਉਹ ਜ਼ਾਲਮਾਂ ਦੇ ਨਾਲ ਖੜੂਗਾ। ਸਭ ਲਈ ਇੱਕੋ ਜੀ ਤੇ ਮਿਆਰੀ ਸਿੱਖਿਆ, ਇਹਦੇ ਵਾਸਤੇ ਵਿਦਿਆਰਥੀਆਂ ਨੂੰ ਲੜਨਾ ਚਾਹੀਦਾ। RMB ਟੈਲੀਵਿਜ਼ਨ ਤੇ ਤੁਹਾਡਾ ਸਵਾਗਤ ਹੈ। ਮੈਂ ਪਰਮੇਸ਼ ਸਿੰਘ। ਕਿਹਾ ਜਾਂਦਾ ਹੈ ਜਿਸ ਦੇਸ਼ ਦੇ ਨੌਜਵਾਨ ਜਿੰਨੇ ਜਾਗਰੂਕ ਹੋਣਗੇ ਉਸ ਦੇਸ਼ ਦਾ ਜੋ ਲੋਕਤੰਤਰ ਹੈ ਉਨਾ ਹੀ ਸਿਹਤਮੰਦ ਹੋਵੇਗਾ। ਪਰ ਪੰਜਾਬ ਦੇ ਕੀ ਭਾਰਤ ਦੇ ਪੂਰੇ ਨੌਜਵਾਨ ਟਿਕਟੌਕ ਦੇ ਉੱਪਰ ਵਿਅਸਤ ਨੇ ਤੇ ਉਹਨਾਂ ਦਾ ਵਿਦਿਆਰਥੀ ਜਾਂ ਸਿੱਖਿਆ ਪ੍ਰਤੀ ਕੋਈ ਵੀ ਧਿਆਨ ਨਹੀਂ। ਤੇ ਅੱਜ ਅਸੀਂ ਗੱਲਬਾਤ ਕਰਨ ਦੇ ਲਈ ਪਹੁੰਚੇ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਿੱਥੇ ਗੱਲਬਾਤ ਕਰਾਂਗੇ ਅਸੀਂ ਪੰਜਾਬ ਦੇ ਜੋ 1983 ਤੋਂ ਵਿਦਿਆਰਥੀ ਚੋਣਾਂ ਬੰਦ ਨੇ। ਆਖਰਕਾਰ ਇਹ ਚੋਣਾਂ ਕਿਉਂ ਬੰਦ ਨੇ, ਇਹ ਕਿਉਂ ਦੁਬਾਰਾ ਸ਼ੁਰੂ ਨਹੀਂ ਹੋਈਆਂ ਤੇ ਸਰਕਾਰ ਦੀ ਕੀ ਭੂਮਿਕਾ, ਇਸ ਦੇ ਬਾਰੇ ਗੱਲਬਾਤ ਕਰਾਂਗੇ ਅਸੀਂ PSU ਲਲਕਾਰ ਦੇ ਹਰਪ੍ਰੀਤ ਸਿੰਘ ਦੇ ਨਾਲ। ਤੁਹਾਡਾ ਜੀ RM ਟੈਲੀਵਿਜ਼ਨ ਤੇ ਸਵਾਗਤ ਹੈ ਜੀ। ਧੰਨਵਾਦ ਜੀ। ਤਾਂ ਸਾਡਾ ਪਹਿਲਾ ਸਵਾਲ ਇਹ ਹੈ ਕਿ ਪੰਜਾਬ ਦੇ ਵਿੱਚ ਚੋਣਾਂ ਬੰਦ ਨੇ, ਆਖਰੇ ਬੰਦ ਕਿਉਂ ਨੇ? ਜਦੋਂ ਖਾੜਕੂਵਾਦ ਦੇ ਦੌਰ ਦੇ ਸਮੇਂ ਦੇ ਵਿੱਚ ਇਹ ਬੰਦ ਹੋਈਆਂ, ਉਦੋਂ ਬਾਅਦ ਚੋਂ ਬੰਦ ਹੋਈਆਂ, ਮਾਹੌਲ ਦੇ ਵੀ ਗਰਮਾਹਟ ਆ ਇਹਦੇ ਨਾਂ ਦੇ ਉੱਤੇ ਬੰਦ ਹੋਈਆਂ। ਉਸ ਸਮੇਂ ਦੇ ਵਿੱਚ ਦੇਖੀਏ ਜਿਹੜੀ ਵਿਦਿਆਰਥੀ ਮੂਵਮੈਂਟ ਆ ਬਹੁਤ ਪੀਕ ਦੇ ਉੱਤੇ ਸੀਗੀ। ਉਹਦੇ ਤੋਂ ਸਰਕਾਰਾਂ ਬੱਸ ਪਾਸ ਦੇ ਘੋਲ ਦੀ ਗੱਲ ਕਰੀਏ, ਮੋਗਾ ਗੋਲੀ ਕਾਂਡ ਦੀ ਗੱਲ ਕਰ ਲਈਏ, ਉਦੋਂ ਵਿਦਿਆਰਥੀ ਜਥੇਬੰਦੀਆਂ ਨੇ ਪੂਰੇ ਪੰਜਾਬ ਦੇ ਵਿੱਚ ਆਪਾਂ ਦੇਖੀਏ PSU ਨੇ ਪੂਰੇ ਪੰਜਾਬ ਦੇ ਵਿੱਚ ਇੱਕ ਤੂਤੀ ਬੁਲਾਈ ਹੋਈ ਸੀਗੀ। ਜਿਵੇਂ ਉਹ ਸਮੇਂ ਦੇ ਵਿੱਚ ਜੇ ਗੱਲ ਕਰੀਏ ਫੀਸਾਂ ਵਿਦਿਆਰਥੀਆਂ ਦੇ ਬੱਸ ਪਾਸ ਦੀ ਤਾਂ ਘਟਾਈ ਸੀਗੀ। ਇਸ ਤੋਂ ਬਿਨਾਂ ਗੱਲ ਕਰੀਏ ਉਹ ਸਮੇਂ ਦੇ ਵਿੱਚ ਜਿਹੜੀਆਂ ਆਮ ਫੀਸਾਂ ਨੇ ਜਾਂ ਆਮ ਕਿਰਾਇਆ ਗਾ ਉਹਦੇ ਖਿਲਾਫ ਵੀ ਉਹ ਲੜੇ, ਕਿਉਂਕਿ ਵਿਦਿਆਰਥੀ ਉਸ ਸਮੇਂ ਦੇ ਵਿੱਚ ਉਹਨਾਂ ਦਾ ਇਹ ਲੌਜਿਕ ਸੀਗਾ ਵੀ ਜੇ ਅੱਜ ਦੇ ਸਮੇਂ ਦੇ ਵਿੱਚ ਸਾਡੇ ਤੇ ਜੇ ਕਿਰਾਇਆ ਵਧਾਉਂਦੇ ਹੋ ਵਿਦਿਆਰਥੀਆਂ 'ਤੇ ਸਿੱਧਾ ਅਸਰ ਪੈਂਦਾ, ਪਰ ਜੇ ਸਾਡੇ ਮਾਪਿਆਂ ਦਾ ਕਿਰਾਇਆ ਵਧਾਓਗੇ ਉਹ ਆਖਰਕਾਰ ਸਾਡੀਆਂ ਫੀਸਾਂ 'ਤੇ ਅਸਰ ਪਊਗਾ, ਸਾਡੇ ਪਰਿਵਾਰ ਦੀ ਜਿਹੜੀ ਪੂਰੀ ਆਮਦਨ ਆ। ਇਸ ਤਰੀਕੇ ਨਾਲ ਮਤਲਬ ਕਿ ਆਮ ਲੋਕਾਂ ਦੇ ਕਿਰਾਏ ਦੇ ਉੱਤੇ ਜਾਂ ਆਮ ਮਸਲਿਆਂ ਦੇ ਉੱਤੇ ਲਗਾਤਾਰ ਵਿਦਿਆਰਥੀ ਜਥੇਬੰਦੀਆਂ ਉਸ ਸਮੇਂ ਦੇ ਵਿੱਚ ਬੋਲ ਰਹੀਆਂ ਸੀਗੀਆਂ। ਅਲੱਗ-ਅਲੱਗ ਥਾਵੇਂ ਜਿਵੇਂ PSU ਉਸ ਸਮੇਂ ਦੇ ਵਿੱਚ ਆਪਦਾ ਕੰਮ ਕਰਦੀ ਸੀਗੀ। ਉਹ ਮੂਵਮੈਂਟਾਂ ਨੂੰ ਦੱਬਣ ਵਾਸਤੇ, ਉਹ ਸਮੇਂ ਦੀ ਹਲਚਲ ਨੂੰ ਰੋਕਣ ਵਾਸਤੇ ਜਿਹੜੇ ਸਰਕਾਰਾਂ ਨੇ ਇਹ ਖਾੜਕੂਵਾਦ ਦੇ ਦੌਰ ਦਾ ਬਹਾਨਾ ਲਾ ਕੇ ਇਹ ਬੰਦ ਕੀਤੀਆਂ ਨੇਗੀਆਂ। 2004 ਦੇ ਵਿੱਚ ਵੀ ਆਪਾਂ ਦੇਖੀਏ ਹਾਈ ਕੋਰਟ ਨੇ ਇਹਦੇ ਉੱਤੇ ਕਿਹਾ ਵੀ ਦੁਬਾਰਾ ਇਲੈਕਸ਼ਨ ਹੋਣੇ ਚਾਹੀਦੇ ਨੇ। ਅਲੱਗ-ਅਲੱਗ ਵੋਟ ਬਟੋਰੂ ਪਾਰਟੀਆਂ ਨੇਗੀਆਂ, ਉਹ ਕਹਿੰਦੀਆਂ ਰਹਿੰਦੀਆਂ ਨੇ ਕਿ ਸੁਪਰੀਮ ਕੋਰਟ 2005 ਦੇ ਵਿੱਚ ਕਮੇਟੀ ਬਣਾਈ ਜਾਂਦੀ ਆ। ਜਿਵੇਂ ਉਦੋਂ ਬਾਅਦ 'ਚ ਅਲੱਗ-ਅਲੱਗ ਪਾਰਟੀਆਂ ਅਲੱਗ-ਅਲੱਗ ਜਿਹੜੀਆਂ ਸਰਕਾਰਾਂ ਨੇ ਉਹ ਕਹਿੰਦੀਆਂ ਰਹਿੰਦੀਆਂ ਨੇਗੀਆਂ ਵੀ ਆਪਣਾ ਜਿਹੜਾ ਮਸਲਾ ਗਾ ਵੀ ਹੱਲ ਕਰੋ, ਅਸੀਂ ਇਲੈਕਸ਼ਨ ਅਸੀਂ ਕਰਾਵਾਂਗੇ। ਪਿੱਛੇ ਜੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀਗਾ, ਪਰ ਉਹ ਸਾਰੇ ਦੇ ਸਾਰੇ ਉਹਨਾਂ ਦੀਆਂ ਹਵਾਈ ਗੱਲਾਂ ਨੇਗੀਆਂ ਜਾਂ ਇਹਨੂੰ ਲਾਗੂ ਨਹੀਂ ਕਰ ਰਹੇ ਹੈਗੇ। ਮਾਰਚ 2018 ਵਿੱਚ ਉਹਨਾਂ ਨੇ ਕਿਹਾ ਸੀ, ਪਿੱਛੇ 2018 ਦੇ ਵਿੱਚ ਉਹਨੇ ਕਿਹਾ। ਜਿਵੇਂ ਇਹਦੇ ਵਿੱਚ ਹੁਣ ਗੱਲ ਇਹ ਆ ਵੀ ਕਰਾ ਕਿਉਂ ਨਹੀਂ ਰਹੇ ਹੈਗੇ ਜਾਂ ਕਿਉਂ ਕਰਾਉਣੀਆਂ ਚਾਹੀਦੀਆਂ ਨੇਗੀਆਂ, ਕਰਾ ਕਿਉਂ ਨਹੀਂ ਰਹੇ? ਉਹਦੇ ਇੱਕ ਤਾਂ ਚੀਜ਼ਾਂ ਹੈਗੀਆਂ ਨੇ, ਰਿਪਰੈਜ਼ੈਂਟੇਸ਼ਨ ਜਾਂਦੀ ਹੈਗੀ ਵਿਦਿਆਰਥੀ ਦੇ। ਜਿਸ ਤਰੀਕੇ ਦੇ ਨਾਲ 91 ਤੋਂ ਬਾਅਦ ਜਾਂ ਉਦੋਂ ਪਹਿਲਾਂ ਵੀ ਸਿੱਖਿਆ ਦੇ ਵਿੱਚ ਲਗਾਤਾਰ ਨਿੱਜੀਕਰਨ ਚੱਲ ਰਿਹਾ ਹੈਗਾ ਜੀ, ਉਹਦੇ ਵਿੱਚ ਇੱਕ ਰਿਪਰੈਜ਼ੈਂਟੇਸ਼ਨ ਵਿਦਿਆਰਥੀਆਂ ਦੀ ਜਾਂਦੀ ਹੈ, ਵਿਦਿਆਰਥੀਆਂ ਦੀ ਇੱਕ ਆਵਾਜ਼ ਜਾਂਦੀ ਹੈਗੀ। ਤਾਂ ਜਿਹੜਾ ਇਹ ਲੋਕਾਂ ਦਾ ਜਨਤਕ ਸਹੂਲਤਾਂ ਖੋਹਣ ਵਾਲਾ ਗਾ ਸਿੱਖਿਆ ਦਾ ਜਾਂ ਅਲੱਗ-ਅਲੱਗ ਚੀਜ਼ਾਂ ਉੱਤੇ, ਜਾਂ ਆਪਾਂ 70ਵੇਂ ਦੌਰ ਤੋਂ ਦੇਖੀਏ ਅਲੱਗ-ਅਲੱਗ ਮਸਲਿਆਂ ਉੱਤੇ ਵਿਦਿਆਰਥੀ ਜਥੇਬੰਦੀਆਂ ਬੋਲਦੀਆਂ ਸੀਗੀਆਂ, ਉਹਦੇ ਉੱਤੇ ਇੱਕ ਜ਼ਬਾਨਬੰਦ ਕਰਨ ਦਾ ਇੱਕ ਹਥਿਆਰ ਦੇ ਤੌਰ 'ਤੇ ਵਰਤ ਰਹੀਆਂ ਨੇ। ਮੁੱਖ ਤੌਰ ਦੇ ਉੱਤੇ ਇਹਨੂੰ ਤਾਂ ਰੋਕ ਰਹੀਆਂ ਨੇਗੀਆਂ ਜਿਵੇਂ ਹੋਣਾ ਕੀ ਚਾਹੀਦਾ। ਹੁਣ ਜਿਵੇਂ ਸਾਡੀ ਯੂਨੀਵਰਸਿਟੀ ਦਾ 70% ਜਿਹੜਾ ਬਜਟ ਆ ਜਾਂ 70% ਹਿੱਸਾ ਗਾ ਉਹ ਫੀਸਾਂ ਤੋਂ ਆਉਂਦਾ ਗਾ ਜੀ। ਵਿਦਿਆਰਥੀਆਂ ਤੋਂ ਕੋਈ ਪੁੱਛਿਆ ਨਹੀਂ ਜਾਂਦਾ ਕਿਹੜੇ ਕੋਰਸ ਨੇ, ਤੁਹਾਨੂੰ ਕਿਸ ਤਰੀਕੇ ਦੀ ਦਿੱਕਤਾਂ ਨੇ। ਰਿਪਰੈਜ਼ੈਂਟੇਸ਼ਨ ਵਿਦਿਆਰਥੀਆਂ ਦੀਆਂ ਪਾਲਿਸੀ ਨੂੰ ਲੈ ਕੇ ਜਾਂ ਫੀਸਾਂ ਨੂੰ ਲੈ ਕੇ ਉਹਦੇ ਵਿੱਚ ਕੋਈ ਰਿਪਰੈਜ਼ੈਂਟੇਸ਼ਨ ਨਹੀਂ ਹੈਗੀ। ਇਸ ਕਰਕੇ ਬਹੁਤ ਮਹੱਤਵਪੂਰਨ ਆ। ਇਸ ਤੋਂ ਬਿਨਾਂ ਜਿਸ ਤਰੀਕੇ ਦਾ ਭਾਰਤ ਦਾ ਪੰਜਾਬ ਦਾ ਮਾਹੌਲ ਆ, ਵਿਦਿਆਰਥੀਆਂ ਨੂੰ ਰਾਜਨੀਤੀ ਦੇ ਵਿੱਚ ਆਉਣਾ ਚਾਹੀਦਾ। ਸਾਡੇ ਜੰਮਣ ਤੋਂ ਲੈ ਕੇ ਸਾਡੇ ਮਰਨ ਤੱਕ ਸਾਰੀ ਰਾਜਨੀਤੀ ਚੱਲਦੀ ਹੈਗੀ, ਕਿਵੇਂ ਇਕੱਲੀ ਪਾਲਿਸੀ ਸਾਡੇ ਨਾਲ ਜੁੜੀ ਹੋਈ ਆ। ਉਹਨਾਂ ਪ੍ਰਤੀ ਜਾਣੂ ਵਿਦਿਆਰਥੀ ਤਾਂ ਹੋਣਗੇ ਜੇ ਉਹ ਛੋਟੇ ਚੀਜ਼ਾਂ ਨੂੰ ਇੱਥੇ ਟ੍ਰੇਨ ਹੋ ਕੇ ਜਾਂਦੇ ਨੇ, ਆਪਦੇ ਮੰਗਾਂ ਮਸਲਿਆਂ ਦੇ ਉੱਤੇ ਕਿਵੇਂ ਲੜਨਾ, ਕਿਵੇਂ ਸਿੱਖਣਾ, ਜਾਂ ਸਰਕਾਰ ਜਾਂ ਯੂਨੀਵਰਸਿਟੀ ਪ੍ਰਸ਼ਾਸਨ ਕਿਹੜੀਆਂ ਚੀਜ਼ਾਂ ਸਾਨੂੰ ਮੁਹੱਈਆ ਨਹੀਂ ਕਰਵਾ ਰਿਹਾ, ਇੱਥੋਂ ਪੜਾਅ ਦਰ ਪੜਾਅ ਚੀਜ਼ਾਂ ਸਿੱਖਣ ਲੱਗਦੇ ਆ। ਉਦੋਂ ਬਾਅਦ 'ਚ ਫਿਰ ਅੱਗੇ ਸਵਾਲ ਚੱਕਣਗੇ। ਪਰ ਰਾਜਨੀਤਿਕ ਦਲਾਂ ਦਾ ਇਹ ਕਹਿਣਾ ਹੈ ਕਿ ਵਿਦਿਆਰਥੀ ਇਕੱਲਾ ਪੜ੍ਹਨ ਨੂੰ ਰਾਜਨੀਤੀ ਵਿੱਚ ਭਾਗ ਨਾ ਲੈਣ, ਉਹਨਾਂ ਦਾ ਕੰਮ ਪੜ੍ਹਨਾ ਹੈ, ਰਾਜਨੀਤੀ ਨਹੀਂ ਕਰਨਾ। ਜਿਹੜਾ ਵੀ ਮਨੁੱਖ ਧਰਤੀ 'ਤੇ ਆਇਆ ਗਾ ਉਹਦਾ ਕੰਮ ਆਗਾ ਰਾਜਨੀਤੀ ਕਰਨਾ ਜੀ। ਕੋਈ ਵੀ ਇਨਸਾਨ ਹੈਗਾ, ਕਿਉਂ ਮੁੱਖ ਕੰਮ ਹੈਗਾ। ਇਨਸਾਨ ਇੱਕ ਸਮਾਜਿਕ ਪ੍ਰਾਣੀ ਆ,
ਕੋਈ ਇਨਸਾਨ ਇਕੱਲਾ ਇਨਸਾਨ ਨਹੀਂ ਹੋ ਸਕਦਾ। ਜੀ। ਇਨਸਾਨ ਦਾ ਭਾਵ ਕੀ ਆ, ਉਹ ਕਿਸੇ ਨਾ ਕਿਸੇ ਲੋਕਾਂ ਦੇ ਨਾਲ ਸੰਬੰਧ ਨੇ, ਉਹਦੇ ਪਰਿਵਾਰਕ ਸੰਬੰਧ ਨੇਗੇ, ਸਮਾਜ ਦੇ ਵਿੱਚ ਮਾਰਕੀਟ ਦੇ ਵਿੱਚ ਚੀਜ਼ਾਂ ਖਰੀਦਣੀਆਂ ਵੇਚਣੀਆਂ ਨੇਗੇ, ਤੁਸੀਂ ਟੈਕਸ ਪੇ ਕਰਦੇ ਹੋਗੇ, ਉਹ ਟੈਕਸ ਸਰਕਾਰ ਕੋਲ ਜਾਂਦਾ, ਸਰਕਾਰ ਨੇ ਤੁਹਾਨੂੰ ਸਹੂਲਤਾਂ ਦੇਣੀਆਂ ਨੇਗੀਆਂ, ਤੁਹਾਡੇ ਬੱਚਿਆਂ ਨੂੰ ਸਹੂਲਤਾਂ ਦੇਣੀਆਂ ਨੇਗੀਆਂ। ਉਹ ਸਾਰੀ ਚੀਜ਼ਾਂ ਰਾਜਨੀਤੀ ਤੋਂ ਬਿਨਾਂ ਹੋ ਹੀ ਨਹੀਂ ਸਕਦੀਆਂ। ਇਕੱਲਾ ਵਿਦਿਆਰਥੀ ਨਹੀਂ, ਸਮਾਜ ਦਾ ਜਿਹੜਾ ਵੀ ਪ੍ਰਾਣੀ ਆ, ਤਾਂ ਹੀ ਵੋਟ ਦਾ ਅਧਿਕਾਰ ਦਿੱਤਾ ਜਾਂਦਾ, ਤਾਂ ਹੀ ਅਲੱਗ-ਅਲੱਗ ਜਿੱਥੇ ਸਮਾਜ ਅੱਜ ਪਹੁੰਚਿਆ ਹੈਗਾ, ਜਿਹੜਾ ਝੂਠਾ ਵਾਅਦਾ ਕਰਦੇ ਨੇ, ਡੈਮੋਕ੍ਰੇਸੀ ਦੀ ਗੱਲ ਕਰਦੇ ਨੇ ਵੀ ਉੱਥੇ ਪਹੁੰਚ ਚੁੱਕਿਆ, ਪਰ ਉਹਦੇ ਵਿੱਚ ਆਮ ਲੋਕਾਂ ਨੂੰ ਰਾਜਨੀਤੀ ਤੋਂ ਕਿਉਂ ਦੂਰ ਜਾਣ। ਜਿਵੇਂ ਸਰਕਾਰਾਂ ਤਾਂ ਇਹ ਚਾਹੁੰਦੀਆਂ ਨੇ ਕਿ ਵਿਦਿਆਰਥੀ ਚੁੱਪ ਕਰਕੇ ਜਿਵੇਂ ਦੀਆਂ ਪਾਲਿਸੀਆਂ ਲਾਗੂ ਕਰਦੇ ਨੇ, ਨਵੀਂ ਸਿੱਖਿਆ ਨੀਤੀ ਉਹਨਾਂ ਨੇ ਪਾਸ ਕੀਤੀ ਆ, ਉਹ ਲੋਕ ਚੁੱਪ ਚਪੀਤੇ ਮੰਨ ਲੈਣ, ਖੇਤੀ ਕਾਨੂੰਨ ਜਿਹੜੇ ਪਾਸ ਹੋਏ ਨੇ ਉਹਦੇ ਚੁੱਪ ਚਪੀਤੇ ਗੱਲ ਕਰ ਲੈਣ। ਇਸ ਕਰਕੇ ਸਰਕਾਰਾਂ ਦਾ ਤੇ ਸਿੱਧਾ ਉਹਨਾਂ ਦਾ ਮਨ ਇਹ ਆ ਜਾਂ ਉਹਨਾਂ ਦੀ ਇੱਛਾ ਇਹ ਆ ਵੀ ਵਿਦਿਆਰਥੀ ਕੀ ਸਮਾਜ ਦਾ ਕੋਈ ਵੀ ਤਬਕਾ ਰਾਜਨੀਤੀ ਨਾ ਕਰੇ, ਸਮਾਜ ਦਾ ਕੋਈ ਵੀ ਤਬਕਾ ਇਹਦੇ 'ਤੇ ਗੱਲ ਨਾ ਕਰੇ, ਉਹ ਚੁੱਪ ਚਪੀਤੇ ਉਹਨਾਂ ਦੀ ਗੱਲਾਂ ਮੰਨੇ, ਜਿਹੜੀਆਂ ਪਾਲਿਸੀਆਂ ਲੈ ਕੇ ਆਏ ਉਹਨਾਂ ਪ੍ਰਤੀ ਜਾਵੇ। ਸਵਾਲ ਵਿਦਿਆਰਥੀ, ਹੁਣ ਜਿਵੇਂ ਵਿਦਿਆਰਥੀ ਦਾ ਇੱਕ ਚੀਜ਼ ਹੋਰ ਆ, ਵਿਦਿਆਰਥੀ ਕਿਸ ਤਰੀਕੇ ਦਾ ਤਬਕਾ ਗਾ ਜਿਹਦੇ ਕੋਲ ਆਪਣੀ ਪੜ੍ਹਾਈ ਕਰਨ ਦੇ ਦੌਰਾਨ ਉਹਦੇ ਕੋਲ ਕੁਝ ਸਮਾਂ ਹੁੰਦਾ ਐਕਸਟਰਾ। ਹੁਣ ਕਿਸਾਨਾਂ ਕੋਲ ਸਮਾਂ ਨਹੀਂ ਹੈਗਾ ਆਪਣੇ ਤਬਕੇ ਤੋਂ ਬਾਹਰ ਸੋਚਣ ਦਾ, ਮੁਲਾਜ਼ਮ ਨੇ ਆਪਣੇ ਤਬਕੇ ਤੋਂ ਬਾਹਰ ਸੋਚਣ ਦਾ ਉਹਨਾਂ ਕੋਲ ਇੰਨਾ ਸਮਾਂ ਨਹੀਂ ਹੁੰਦਾ। ਜਿਵੇਂ ਵਿਦਿਆਰਥੀ ਕਿਸ ਤਰੀਕੇ ਦਾ ਤਬਕਾ ਜਿਹੜਾ ਦੇਸ਼ ਵਿਦੇਸ਼ ਦੁਨੀਆ ਦੇ ਜਿੰਨੀ ਜਾਣਕਾਰੀ ਉਹਦੇ ਨਾਲ ਜੁੜਿਆ ਹੁੰਦਾ, ਲਾਇਬ੍ਰੇਰੀਆਂ ਹੁੰਦੀਆਂ ਨੇ ਉਹਨਾਂ ਤੋਂ ਲਗਾਤਾਰ ਵਿਦਿਆਰਥੀ ਅਧਿਆਪਕਾਂ ਤੋਂ ਲਗਾਤਾਰ ਸਿੱਖਦਾ ਰਹਿੰਦਾ, ਜੇ ਉਹ ਸੁਚੇਤ ਹੁੰਦਾ ਤਾਂ ਪੂਰੇ ਸਮਾਜ ਦੇ ਵਿੱਚ ਉਹ ਵਿਚਾਰ ਫੈਲਾਉਣ ਦਾ ਕੰਮ ਕਰਦਾ। ਜਿਵੇਂ ਭਗਤ ਸਿੰਘ ਨੇ ਵੀ ਕਿਹਾ ਸੀਗਾ ਵੀ ਮੈਂ ਨੌਜਵਾਨਾਂ ਨੂੰ ਬੰਬ ਪਿਸਤੌਲ ਚੱਕਣ ਦੀ ਸਲਾਹ ਨਹੀਂ ਦਿੰਦਾ, ਮੈਂ ਨੌਜਵਾਨਾਂ ਨੂੰ ਇਸ ਤੋਂ ਵੀ ਵੱਡੇ ਕਰਨ ਵਾਲੇ ਕਾਰਜ ਨੇ ਉਹਨਾਂ ਲਈ ਪ੍ਰੇਰਿਤ ਕਰੂੰਗਾ। ਮੈਂ ਉਹਨਾਂ ਨੂੰ ਕਹਿਣਾ ਇਨਕਲਾਬ ਦਾ ਸੁਨੇਹਾ ਘਰ ਘਰ ਝੁੱਗੀ ਝੁੱਗੀ ਬੰਦੇ ਤੱਕ ਲੈ ਕੇ ਜਾਓ, ਉਸ ਇਨਕਲਾਬ ਦਾ ਜਿਹੜਾ ਬੰਦੇ ਹੱਥੋਂ ਬੰਦੇ ਲੁੱਟ ਖਤਮ ਕਰੇ। ਜੇ ਹੁਣ ਇਹ ਰਾਜਨੀਤੀ ਦੀ ਆਪਾਂ ਗੱਲ ਕਹੀਏ, ਭਗਤ ਸਿੰਘ ਦੇ ਵਿਚਾਰਾਂ ਦੇ ਹਿਸਾਬ ਨਾਲ ਵਿਦਿਆਰਥੀ ਤੇ ਰਾਜਨੀਤੀ ਦੇ ਵਿੱਚ ਇਹ ਗੱਲ ਕਰਦਾ, ਜੋ ਉਹਨਾਂ ਦੇ ਵਿਚਾਰਾਂ ਅਨੁਸਾਰ ਤਾਂ ਜਿਹੜੇ ਵੀ ਇਨਕਲਾਬੀ ਤਾਕਤਾਂ ਹੋਣਗੀਆਂ ਜਿਹੜੀਆਂ ਲੋਕਾਂ ਦੇ ਹੱਕ ਦੀ ਗੱਲ ਕਹਿਣਗੀਆਂ, ਉਹ ਕਹਿਣਗੀਆਂ ਵੀ ਤੁਸੀਂ ਰਾਜਨੀਤੀ ਕਰੋ, ਲੋਕਾਂ ਨੂੰ ਜਾਗਰੂਕ ਕਰੋ, ਆਪਦੇ ਹੱਕਾਂ ਲਈ ਲੜੋ। ਜਿਹੜੀਆਂ ਵੀ ਤਾਕਤਾਂ ਦੱਬਣ ਦੀ ਗੱਲ ਕਰਨਗੀਆਂ, ਜਿਸ ਤਰੀਕੇ ਦੇ ਵੋਟ ਬਟੋਰੂ ਪਾਰਟੀਆਂ ਨੇ, ਉਹ ਚਾਹਣਗੀਆਂ ਵੀ ਲੋਕ ਚੁੱਪ ਚਪੀਤੇ ਉਹਨਾਂ ਦੀ ਪਾਲਿਸੀਆਂ ਨੂੰ ਲਾਗੂ ਕਰਨ ਤੇ ਉਹਨਾਂ ਦੇ ਪਿੱਛੇ ਲੱਗੇ ਰਹਿਣ। ਇਸ ਕਰਕੇ ਰਾਜਨੀਤਿਕ ਦਲਾਂ ਨੂੰ ਵਿਦਿਆਰਥੀਆਂ ਚੋਣਾਂ ਤੋਂ ਕੀ ਡਰ ਆ? ਰਾਜਨੀਤਿਕ ਦਲਾਂ ਨੂੰ ਵੈਸੇ ਤਾਂ ਜੇ ਆਪਾਂ ਉਹਨਾਂ ਦੇ ਪੱਧਰ ਦੀ ਗੱਲ ਕਰੀਏ, ਉਹਦੇ ਵਿੱਚ ਸਥਾਪਿਤ ਨੇ ਇਹ ਖੁਦ ਘਰਾਣੇ ਸਥਾਪਿਤ ਨੇ, ਮੋਨੋਪੋਲੀ ਇਹਨਾਂ ਦੀ ਮੋਨੋਪੋਲੀ ਹੈ ਪੂਰੀ ਦੀ ਪੂਰੀ। ਇੱਕ ਪਾਰਟੀ ਦੇ ਵਿੱਚ ਇੱਕ ਘਰ ਦੀ ਮੋਨੋਪੋਲੀ ਹੈਗੀ। ਜੇ ਆਪਾਂ ਉਹ ਐਂਗਲ ਦੀ ਵੀ ਗੱਲ ਕਰੀਏ, ਉਹਦੇ ਵਿੱਚ ਇੱਥੋਂ ਉੱਭਰ ਕੇ ਜਾਣਗੇ, ਉਹਨਾਂ ਨੂੰ ਚੈਲੰਜਸ ਹੋਣਗੇ। ਜਿਵੇਂ ਹੁਣ ਅਸੀਂ ਵਿਦਿਆਰਥੀਆਂ ਦੇ ਇੱਥੇ ਫਿਜ਼ੀਕਲ ਕਾਲਜ ਆ ਪਟਿਆਲੇ, ਉੱਥੇ ਦੇ ਵਿਦਿਆਰਥੀ ਨਾਲ ਇੱਕ ਗੱਲ ਕਰਦੇ ਉਹਨਾਂ ਦਾ, ਜਦੋਂ ਮੈਂ ਪੜ੍ਹਦਾ ਸੀ ਇੱਥੇ ਵਿਕਰਮ ਕਾਲਜ ਪੜ੍ਹਦੇ ਸੀਗੇ, ਉਸ ਸਮੇਂ ਦੇ ਵਿੱਚ ਸਾਡੇ ਜਿਹੜੇ ਅਲੱਗ-ਅਲੱਗ ਪਾਰਟੀਆਂ ਦੇ ਜਿਹੜੇ ਰੈਲੀਆਂ ਵਾਸਤੇ ਜਾਂਦੇ ਸੀ ਨਾ, ਉਹ ਕਿਹੜੀ ਪਾਰਟੀ ਵਾਲੇ ਸੱਦ ਲਾਉਂਦੇ ਸੀ ਉਹਨਾਂ ਨੂੰ, ਉਹ ਰੈਲੀਆਂ 'ਤੇ ਜਾਂਦੇ, ਉਹਨਾਂ ਵਾਸਤੇ ਸਿਰਫ ਇਕੱਠ ਦਿਖਾਉਂਦੇ। ਆਮ ਜਨਤਾ ਨੂੰ ਲੱਗਦਾ ਵੀ ਇਕੱਠ ਦੇ ਪਿੱਛੇ ਦੇਖੋ ਕਿੰਨੇ ਨੌਜਵਾਨ ਨੇ ਇਹਨਾਂ ਦੇ, ਉਹਨਾਂ ਨੂੰ ਬਸ ਖਾਵਾਵਾਂਗੇ ਪਿਲਾਵਾਂਗੇ ਐਂ ਲੈ ਜਾਂਦੇ ਆ। ਉਹਨਾਂ ਦੇ ਪੁਰਾਣੇ ਆਗੂ ਜਿਹੜੇ ਮੇਰੇ ਦੋਸਤ ਸੀਗੇ, ਉਹ ਦੱਸਦੇ ਕਹਿੰਦੇ ਵੀ ਸਾਨੂੰ ਜਦੋਂ ਸਾਡੇ ਪਿੱਛੇ ਗੱਲ ਕਰਦੇ ਵੀ ਇਹ ਟਿਸ਼ੂ ਪੇਪਰ ਵਰਗੇ ਨੇ ਵੀ ਇਹਨਾਂ ਨੂੰ ਵਰਤੋ ਸਿੱਟੋ, ਇਹਨਾਂ ਨੂੰ ਬਹੁਤਾ ਸਿਰ ਨਹੀਂ ਚੜਾਉਣਾ ਹੈਗਾ, ਬਸ ਇਹਨਾਂ ਦਾ ਕੰਮ ਲਓ, ਕਿਉਂਕਿ 2-3 ਸਾਲ ਇਹਨਾਂ ਨੇ ਪੜ੍ਹਨੇ, ਦੁਆ 'ਚ ਹੋਰ ਆ ਜਾਣਗੇ, ਆਪਾਂ ਉਹਨਾਂ ਨੂੰ ਦੇਖ ਲਾਂਗੇ। ਉਹ ਵਿਦਿਆਰਥੀਆਂ ਨੂੰ ਤਾਂ ਇਸ ਤਰੀਕੇ ਤੱਕ ਇੱਥੋਂ ਤੱਕ ਰੱਖਣਾ ਚਾਹੁੰਦੇ ਨੇਗੇ। ਜੇ ਰਾਜਨੀਤੀ ਵਿਦਿਆਰਥੀ ਕਰਨਗੇ, ਸਿੱਖਣਗੇ, ਉਹਨਾਂ ਵਾਸਤੇ ਚੈਲੰਜ ਨੇ, ਸਵਾਲ ਕਰਨਗੇ। ਹੁਣ ਪਿੱਛੇ ਜੇ ਆਪਾਂ ਕਹੀਏ ਕਿਸਾਨ ਮੂਵਮੈਂਟ ਖੜੀ ਹੋਈ, ਜਿਹਦੇ ਵਿੱਚ ਪੂਰਾ ਪੰਜਾਬ ਚੱਲਿਆ, ਉਹ 'ਚ ਵਿਦਿਆਰਥੀਆਂ ਨੇ ਵੀ ਜਾਂ ਸਾਰਿਆਂ ਨੇ ਹਿੱਸਾ ਲਿਆ, ਪੂਰੇ ਪੰਜਾਬ ਨੇ। ਹੁਣ ਜਿੰਨੀ ਸੁਚੇਤਨ ਹੋਈ ਆ, ਲੋਕ ਸੁਚੇਤਨ ਹੋਏ, ਇਹਨਾਂ ਨੇ ਸਵਾਲ ਕੀਤੇ ਨੇ। ਹੁਣ ਬਦਲ ਭਾਲਿਆ ਜਨਤਾ ਨੇ, ਇਸ ਕਰਕੇ ਕਾਂਗਰਸੀ ਅਕਾਲੀ ਦਲ ਤਾਰੇ ਆ। ਲੋਕ ਨੇ ਖੁਸ਼ੀਆਂ ਮਨਾਈਆਂ, ਇਹ ਨਹੀਂ ਖੁਸ਼ੀ ਮਨਾਈ ਵੀ ਆਮ ਆਦਮੀ ਜਿੱਤੀ ਆ ਜਾਂ ਕਿਹੜੀ ਹਾਰੀ ਆ, ਕਿਹੜੀ ਜਿੱਤੀ ਆ, ਕਿਹੜੇ ਜਿੱਤੇ ਆ। ਉਹਨਾਂ ਨੇ ਇਹ ਚੀਜ਼ ਦੀ ਖੁਸ਼ੀ ਮਨਾਈ ਆ ਵੀ ਜਿਹੜੇ ਸਥਾਪਿਤ ਸੀਗੇ ਘਰਾਣੇ, ਉਹਨਾਂ ਨੂੰ ਤਾਰ ਕੇ ਥੱਲੇ ਸਿੱਟਿਆ ਹੈਗਾ ਵੀ ਫਲਾਣਾ ਹਾਰ ਗਿਆ, ਬਾਦਲ ਹਾਰ ਗਿਆ, ਕਿਹੜਾ ਹਾਰ ਰਿਹਾ, ਉਹ ਹਾਰ ਗਿਆ, ਫਲਾਣਾ ਹਾਰ ਗਿਆ। ਬੜੇ ਲੋਕਾਂ ਨੂੰ ਜਿੱਤਣ ਨਾਲੋਂ ਖੁਸ਼ੀ ਦੀ ਹਾਰ ਵੱਧ ਸੀ ਕਿ ਫਲਾਣਾ ਲੀਡਰ ਹਾਰ ਰਿਹਾ। ਇਹਦਾ ਮਤਲਬ ਕੀ ਬਣਿਆ ਪੂਰੀ ਚੀਜ਼ ਦਾ? ਇਹਦਾ ਮਤਲਬ ਇਹ ਬਣਦਾ ਵੀ ਲੋਕਾਂ ਨੂੰ ਕੁਝ ਬਦਲ ਦੀ ਆਸ ਰੱਖੀ, ਕਿਉਂਕਿ ਕਿਸਾਨ ਮੂਵਮੈਂਟ ਨੇ ਲੋਕਾਂ ਦੇ ਵਿੱਚ ਰਾਜਨੀਤੀ ਫੂਕੀ ਪੰਜਾਬ ਦੇ ਵਿੱਚ। ਫਿਰ ਉਹ ਰਾਜਨੀਤੀ ਫੂਕੀ ਤਾਂ ਲੋਕਾਂ ਨੇ ਹੁਣ ਬਦਲ ਸਾਡੇ ਅੱਗੇ ਹੈ ਨਹੀਂ, ਇਹ ਵੋਟ ਬਟੋਰੂ ਨੇਗੇ। ਇਸ ਕਰਕੇ ਉਹਨਾਂ ਨੇ ਇੱਕ ਵੋਟ ਦੀ ਜਗ੍ਹਾ 'ਤੇ ਦੂਸਰਾ ਵੋਟ ਵਾਲਾ ਚੁਣ ਲਿਆ। ਜਿਵੇਂ ਉਹਦੇ ਵਿੱਚ ਹੁਣ ਜੇ ਕਿਸੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੀਏ ਜਾਂ ਅਲੱਗ-ਅਲੱਗ ਚੀਜ਼ਾਂ ਦੀ ਗੱਲ ਕਰੀਏ, ਪਾਣੀ ਦੇ ਮਸਲੇ 'ਤੇ ਕਰੋ, ਬਿਜਲੀ ਵਾਲੇ ਦੀ ਗੱਲ ਕਰੋ, ਚੰਡੀਗੜ੍ਹ ਵਾਲੇ ਮਸਲੇ 'ਤੇ ਗੱਲ ਕਰੋ, ਕਿੰਨੇ ਕੁ ਰੈਡੀਕਲ ਕੀ ਸਟੈਪ ਲਏ ਨੇ ਜਿਹੜੀ ਆਮ ਆਦਮੀ ਪਾਰਟੀ ਸਥਾਪਿਤ ਹੋਈ ਆ। ਉਹਦੇ ਵਿੱਚ ਆਪਾਂ ਦੇਖੀਏ ਰਾਜ ਸਭਾ ਦੇ ਵਿੱਚ ਮੈਂਬਰ ਭੇਜਣ ਵਾਲੇ ਪੂਰੀ ਦੀ ਪੂਰੀ ਘਟਨਾ ਦੀ ਦੇਖੀਏ, ਹੁਣ ਬਿਆਨਬਾਜ਼ੀ ਅਲੱਗ-ਅਲੱਗ ਮਸਲਿਆਂ 'ਤੇ ਇਹਨਾਂ ਦੀ ਦੇਖੀਏ, ਤਾਂ ਕੁਝ ਨਹੀਂ ਬਦਲੇ, ਚਿਹਰੇ ਬਦਲੇ ਨੇ। ਜਨਤਾ ਨੂੰ ਬਦਲਦਾ ਸੀਗਾ ਵੀ ਬਦਲ ਅਸੀਂ ਲੈ ਕੇ ਆਈਏ, ਉਹ ਬਦਲ ਦੂਸਰਾ ਕੋਈ ਇਨਕਲਾਬੀ ਬਦਲ ਜਾਂ ਕੋਈ ਇਸ ਤਰੀਕੇ ਦੀਆਂ ਬਦਲ ਪਾਰਟੀ ਨਹੀਂ ਹੋਈ ਜਿਹੜੇ ਮੰਗ ਕਰੇ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ।
ਇਸ ਕਰਕੇ ਲੋਕਾਂ ਨੇ ਜਿਹੜੇ ਸਾਹਮਣੇ ਸੀਗਾ ਚੋਣ ਕੀਤੀ। ਇਹਦਾ ਮਤਲਬ ਕੀ ਹੈ, ਮੇਰੀ ਪੂਰੀ ਗੱਲ ਕਹਿਣ ਦਾ ਮਤਲਬ ਕੀ ਆ, ਜਦੋਂ ਰਾਜਨੀਤੀ ਆਉਂਦੀ ਆ ਤਾਂ ਬੜੇ ਬੜੇ ਦਿੱਗਜ ਢਹਿ ਢੇਰੀ ਹੁੰਦੇ ਨੇਗੇ। ਇਹ ਚੀਜ਼ਾਂ ਤੋਂ ਸਰਕਾਰਾਂ ਡਰਦੀਆਂ ਨੇਗੀਆਂ। ਲੋਕਾਂ ਨੇ ਪਾਰਟੀ ਚੇਂਜ ਕੀਤੀ ਆ ਕਿ ਸਿਸਟਮ ਨਹੀਂ ਚੇਂਜ ਕੀਤਾ? ਬਿਲਕੁਲ। ਹੁਣ ਜਿਵੇਂ ਗੱਲ ਕਰੀਏ ਸਿਸਟਮ ਕੀ ਹੈਗਾ, ਸਿਸਟਮ ਇਹ ਆ ਵੀ ਸਰਕਾਰ ਕੋਲ ਇੱਕ ਪੈਸਾ ਜਾਂਦਾ ਜੀ ਟੈਕਸ ਦੇ ਰੂਪ 'ਚ, ਦਿੱਖ ਰੂਪ ਸਿੱਧਾ ਤੇ ਅਸਿੱਧੇ ਰੂਪ 'ਚ, ਡਾਇਰੈਕਟ ਤੇ ਇਨਡਾਇਰੈਕਟ ਟੈਕਸ ਜਿਹੜਾ ਹੁੰਦਾ। ਹੁਣ ਅਸਿੱਧੇ ਰੂਪ ਦੇ ਵਿੱਚ ਜਿਹੜਾ ਟੈਕਸ ਜਾਂਦਾ 66% ਟੈਕਸ ਅਸਿੱਧੇ ਰੂਪ 'ਚ ਜਾਂਦਾ, 66 ਤੋਂ ਲੈ ਕੇ 70% ਦੇ ਵਿੱਚ। ਅਸਿੱਧਾ ਟੈਕਸ ਭਰਦੀ ਆ ਆਮ ਜਨਤਾ। ਜੀ ਕੋਈ ਆਪਾਂ ਪੇਪਰ, ਕੋਈ ਆਪਾਂ ਸੂਈ ਵੀ ਖਰੀਦੀਏ, ਇੱਕ ਟੌਫੀ ਖਰੀਦੀਏ, ਉਹ 'ਚ 30 ਪੈਸੇ ਆਪਾਂ ਟੈਕਸ ਦੇ ਰੂਪ 'ਚ ਪੇ ਕਰਦੇ ਹਾਂ। ਹੁਣ ਉਹਦਾ ਜਿਹੜਾ ਵੱਡਾ ਹਿੱਸਾ ਹੈਗਾ ਟੈਕਸ ਦਾ, ਉਹ ਬੜੇ ਬੜੇ ਕਾਰਪੋਰੇਟਾਂ ਨੂੰ ਛੋਟ ਦਿੱਤੀ ਜਾਂਦੀ ਆ। NPA ਕਹਿੰਦੇ ਨੇ, ਬੱਟੇ ਖਾਤੇ ਪਾਉਣਾ ਪੈਸੇ ਨੂੰ। ਉਹਦੇ ਵਿੱਚ ਕੀ ਐਸਿਡ, ਹਾਂਜੀ, ਬੱਟੇ ਖਾਤੇ ਪਾਉਣ ਦਾ ਭਾਵ ਕੀ ਆ, ਵੱਡੇ ਵੱਡੇ ਕਾਰਪੋਰੇਟ ਆ ਉਹਨਾਂ ਨੂੰ ਛੋਟ ਦਿੱਤੀ ਜਾਂਦੀ ਹੈ। ਹੁਣ ਮੰਨ ਲਓ ਵੀ ਮੇਰੇ ਕੋਲ 2 ਫੈਕਟਰੀਆਂ ਨੇ, ਮੈਂ ਮਾਲਕ ਹਾਂਗਾ 2 ਕੰਪਨੀਆਂ ਦਾ, A ਕੰਪਨੀਆਂ ਤੇ B ਕੰਪਨੀਆਂ। ਮੈਂ A ਕੰਪਨੀ ਤੋਂ ਲੋਨ ਲਵਾਂ SBI ਤੋਂ ਜੀ, ਤੇ ਉਹਦਾ ਸਾਰਾ ਪੈਸਾ ਭੇਜਦਾ ਮੈਂ B ਕੰਪਨੀ 'ਚ ਜੀ। ਹੁਣ ਜਦੋਂ ਕੱਲ੍ਹ ਨੂੰ ਕੇਸ ਹੋਊਗਾ, ਉਹ ਨਾ ਮੇਰੇ ਤੇ ਹੋਊਗਾ ਨਾ ਮੇਰੀ B ਕੰਪਨੀ ਤੇ ਹੋਊਗਾ, ਉਹ A ਕੰਪਨੀ ਦੇ ਤੇ ਕੇਸ ਹੋਊਗਾ, ਜਿਹਨੂੰ ਆਰਟੀਫਿਸ਼ਲ ਹਿਊਮਨ ਬੀਇੰਗ ਕਹਿੰਦੇ ਆ। ਜੀ ਜੀ। ਉਹਦੇ ਵਿੱਚ ਜਦੋਂ ਇੱਥੇ ਖਰਚ ਉਹਦੇ ਤੇ ਕੇਸ ਹੋਊਗਾ, ਮਤਲਬ ਕੀ ਆ, ਹੁਣ ਜਿੰਨਾ ਪੈਸਾ ਸੀ ਉਹ ਤਾਂ ਸਾਰਾ ਮੈਂ B 'ਚ ਭੇਜਤਾ। ਜਿਹੜਾ NPA ਹੋਣਗੇ ਉਹਦੇ ਵਿੱਚ ਜਿਹੜਾ ਦਿਵਾਲੀਆ ਹੋਊਗਾ A ਕੰਪਨੀ ਦਾ ਹੋਊਗਾ, ਉਹ ਲੈ ਜੂਗੀ, ਮਤਲਬ ਉਹਨੂੰ ਲੁੱਟਣਗੇ। ਇਸ ਕਰਕੇ ਨਾ ਮੈਂ ਅਮੀਰ ਹੋਇਆ ਤੇ ਸਾਰਾ ਹੋਇਆ। ਇਹ ਸਾਰੀ ਸ਼ਾਇਦ ਤੇ ਹੁੰਦਾ ਕੰਪਨੀਆਂ ਦੇ ਵੱਡੇ ਵੱਡੇ ਕਾਰਪੋਰੇਟ। SBI ਦੇ ਵੱਲੋਂ ਪਿਛਲੇ ਹਫ਼ਤੇ ਹੀ ਅਡਾਨੀ ਦਾ ਕਰੋੜਾਂ ਰੁਪਇਆ ਮਾਫ ਕੀਤਾ ਪਿਆ, NPA 'ਚ ਪਾਇਆ ਗਿਆ। ਬਿਲਕੁਲ। ਹੁਣ ਇਸ ਤਰੀਕੇ ਨਾਲ NPA ਤੋਂ ਬਾਅਦ ਜੇ ਦਿਵਾਲੀਆ ਵੀ ਘੋਸ਼ਿਤ ਹੁੰਦਾ, ਮੈਂ ਉਹਦੀ ਗੱਲ ਕਰ ਰਿਹਾ ਗਾ। ਜਿਵੇਂ ਹੁਣ ਆਪਾਂ ਪਿੱਛੇ ਵਿਜੇ ਮਾਲੀਆ ਭੱਜਿਆ, ਵਿਜੇ ਮਾਲੀਆ ਦੀ ਇੱਕ ਕੰਪਨੀ ਫਲੋਪ ਹੋਈ ਆ, ਬਾਕੀ ਕੰਪਨੀ ਤਾਂ ਜ਼ਬਤ ਕਰ ਸਕਦੇ ਆਂਗੇ ਜੀ, ਸਰਕਾਰ ਨਹੀਂ ਕਰੂਗੀ। ਜਿਵੇਂ ਇਹਦੇ ਤੋਂ ਇੱਕ ਗੱਲ ਇਹ ਵੀ ਆ ਵੀ ਅੱਜ ਦੇ ਸਮੇਂ 'ਚ ਸਰਕਾਰਾਂ ਸਰਕਾਰੀ ਨਹੀਂ ਰਹੀਆਂ, ਸਰਕਾਰ ਪ੍ਰਾਈਵੇਟ ਹੋ ਗਈ। ਪ੍ਰਾਈਵੇਟ ਦਾ ਮਤਲਬ ਕੀ ਆ, ਕੋਈ ਪੈਸੇ ਵਾਲਾ ਬੰਦਾ ਇਨਵੈਸਟ ਕਰਦਾ ਕਿਸੇ ਜਗ੍ਹਾ ਤੇ, ਬਦਲੇ 'ਚ ਉਹ ਤੋਂ ਮੁਨਾਫਾ ਆਉਂਦਾ। ਅੱਜ ਦੀਆਂ ਸਰਕਾਰਾਂ ਸਰਕਾਰੀ ਨਹੀਂ ਆ। ਅੰਬਾਨੀ ਅਦਾਨੀ ਪਹਿਲਾਂ ਮੋਦੀ ਹੋਰਾਂ ਨੂੰ ਪੈਸੇ ਦਿੰਦੇ ਆ, ਸਰਕਾਰ ਖੜੀ ਹੁੰਦੀ ਆ। ਸਰਕਾਰ ਫਿਰ ਬਦਲੇ 'ਚ ਖੇਤੀ ਕਾਨੂੰਨ ਬਣਾਉਂਦੀ ਆ, ਸਿੱਖਿਆ ਨੀਤੀ ਬਣਾਉਂਦੀ ਹੈ, ਜਿਹਦੇ 40% ਜਿਹੜੇ ਸਕੂਲ ਕਾਲਜ ਨੇ ਉਹ ਬੰਦ ਹੋਣਗੇ ਇਹਨਾਂ ਦੀ ਸੇਵਾ ਕਰਨ ਵਾਸਤੇ। ਕਿਰਤ ਕਾਨੂੰਨ ਬਣਾਉਂਦੀ, ਜਿਹ 'ਚ ਕਿਰਤੀਆਂ ਦੇ ਹੱਕ ਮਾਰੇ ਜਾ ਰਹੇ ਨੇ, ਬੜੇ ਬੜੇ ਅੰਬਾਨੀ ਅਦਾਨੀ ਨੂੰ ਹੱਕ ਦਿੱਤੇ ਜਾ ਰਹੇ ਨੇ। ਜਾਂ ਇਸ ਤੋਂ ਬਿਨਾਂ ਹੁਣ ਜਿਹੜਾ ਬਿਜਲੀ ਪ੍ਰਸਤਾਵਿਤ ਬਿੱਲ ਹੈਗਾ, ਜਿਹਦੇ ਵਿੱਚ ਜਿਵੇਂ ਆਪਾਂ ਸਿਮ ਖਰੀਦਦੇ ਆਂਗੇ, ਕਨੈਕਸ਼ਨ ਲੈਂਦੇ ਆਂਗੇ, ਉਵੇਂ ਕਨੈਕਸ਼ਨ ਲਿਆ ਕਰਾਂਗੇ। ਸਰਕਾਰ ਰੈਗੂਲੇਟ ਨਹੀਂ ਕਰੂਗੀ, ਸਰਕਾਰ ਨਹੀਂ ਚਲਾਊਗੀ ਵੀ ਕਿੰਨਾ ਬਿੱਲ ਹੋਣਾ ਚਾਹੀਦਾ, ਕਿੰਨੀ ਯੂਨਿਟ ਹੋਣੀ ਚਾਹੀਦੀ ਆ, ਉਹ ਕੋਈ ਪ੍ਰਾਈਵੇਟ ਕੰਪਨੀਆਂ ਚਲਾਉਣਗੀਆਂ। ਜਿਵੇਂ ਜੀਓ ਆ, ਜੀਓ ਪਹਿਲਾਂ ਬਿਲਕੁਲ ਸਸਤਾ ਮਿਲਦਾ ਸੀਗਾ, ਫ੍ਰੀ ਮਿਲਦਾ ਸੀਗਾ। ਇੱਕ ਸਮੇਂ ਤੋਂ ਬਾਅਦ ਲੋਕਾਂ ਦੀ ਜਦੋਂ ਲੋੜ ਹੋਣ ਲੱਗ ਗਈ, ਉਹਨਾਂ 'ਤੇ ਨਿਰਭਰਤਾ ਵੱਧ ਗਈ। ਜਿਹੜੀ ਸਰਕਾਰੀ ਕੰਪਨੀ ਸੀਗੀ BSNL, ਉਹ ਡੁੱਬਦੀ ਗਈ ਆ। ਜੀਓ ਵਰਗੇ ਹੁਣ 700-800 ਰੁਪਏ ਦਾ ਪੈਕ ਤੁਸੀਂ ਮਜਬੂਰ ਹੋਗੇ ਲੈਣਾ ਪੈਂਦਾ ਗਾ। ਉਸੇ ਤਰੀਕੇ ਨਾਲ ਜਿਹੜੇ ਹੁਣ ਅੱਗੇ ਜਿਹੜਾ ਬਿੱਲ ਹੈਗਾ ਬਿਜਲੀ ਵਾਲਾ ਬਿੱਲ, ਉਹਦੇ ਤਹਿਤ ਕੀ ਤੁਸੀਂ ਕਨੈਕਸ਼ਨ ਲਵੋਗੇ ਅਲੱਗ-ਅਲੱਗ ਕੰਪਨੀਆਂ ਤੋਂ, ਫਿਰ ਤੁਹਾਡੇ ਤੋਂ ਕਿੰਨਾ ਮਰਜ਼ੀ ਲੈਣ। ਇਸ ਕਰਕੇ ਮੇਰਾ ਗੱਲ ਦਾ ਕੀ ਆ ਵੀ ਜਿਹੜੀਆਂ ਸਰਕਾਰਾਂ ਨੇ ਪ੍ਰਾਈਵੇਟ ਬਣ ਚੁੱਕੀਆਂ ਨੇਗੀਆਂ, ਸਰਕਾਰ ਸਰਕਾਰੀ ਨਹੀਂ ਰਹੀ, ਉਹ ਅੰਬਾਨੀ ਅਦਾਨੀ ਦੀ ਸੇਵਾ ਕਰਦੀ ਆ, ਉਹਨਾਂ ਵਾਸਤੇ ਸਾਰਾ ਕੁਝ ਕਰਦੀ ਆ। ਤਾਂ ਇਹਦੇ ਵਿੱਚ ਇਹ ਆ ਵੀ ਅੱਜ ਦੇ ਸਮੇਂ ਦੇ ਵਿੱਚ ਜੇ ਤਾਂ ਲੋਕ ਆਵਾਜ਼ ਚੱਕਦੇ ਆ, ਬਜਟ ਦਾ ਹਿੱਸਾ ਲੋਕਾਂ ਵੱਲ ਮੂੰਹ ਕਰਨਾ ਜਾਂ ਬਜਟ ਦਾ ਹਿੱਸਾ ਅੰਬਾਨੀ ਅਦਾਨੀਆਂ ਵੱਲ ਨਹੀਂ ਮੂੰਹ ਕਰਨਾ, ਇਹ ਅੱਜ ਦਾ ਚੈਲੰਜ ਹੈਗਾ। ਲੋਕ ਇਕੱਠੇ ਹੁੰਦੇ, ਜਿਵੇਂ ਪਿਛਲਾ ਸਵਾਲ ਵੀ ਸੀ ਤੁਹਾਡਾ ਵੀ ਰਾਜਨੀਤੀ ਇਸ ਕਰਕੇ ਕਰਨੀ ਆ ਵੀ ਉਹਦਾ ਮੂੰਹ ਆ ਜਿਹੜਾ ਉਹ ਲੋਕਾਂ ਵੱਲ ਨੂੰ ਕਰੀਏ। ਜਦੋਂ ਲੋਕਾਂ ਵੱਲ ਨੂੰ ਮੂੰਹ ਕਰਦੇ ਆ, ਇਹਨੂੰ ਕਹਿੰਦੇ ਆ ਸਿਸਟਮ ਦਾ ਬਦਲਣਾ। ਜਦੋਂ ਉਹਦਾ ਮੂੰਹ ਉਸੇ ਤਰੀਕੇ ਨਾਲ ਲਗਾਤਾਰ ਨਿੱਜੀਕਰਨ ਹੋਣਾ, ਲਗਾਤਾਰ ਜਿਹੜੇ ਸਰਕਾਰੀ ਅਦਾਰੇ ਵਿਕਣੇ ਆਗੇ, ਅੰਬਾਨੀ ਅਦਾਨੀ ਦੀ ਜੇਬਾਂ ਭਰਨੀਆਂ, ਜਦੋਂ ਉਹ ਦਿਸ਼ਾ ਨੂੰ ਵੱਲੋਂਗੇ ਤੁਸੀਂ ਸਿਸਟਮ ਬਦਲਣਾ ਨਹੀਂ ਕਹਿੰਦੇ। ਉੱਪਰ ਜਿਹੜਾ ਸੱਤਾ ਉੱਤੇ ਕਾਬਜ਼ ਕਰਨਾ, ਇੱਕ ਪਾਰਟੀ ਦਾ ਦੂਸਰੀ ਪਾਰਟੀ ਜਾ ਰਹੀ, ਦੂਸਰੀ ਪਾਰਟੀ ਦੀ ਤੀਸਰੀ ਪਾਰਟੀ ਜਾ ਰਹੀ ਆ, ਇਸ ਤਰੀਕੇ ਨਾਲ ਸਮਝਦਾ ਮੈਂ ਤਾਂ। ਸੁਪਰੀਮ ਕੋਰਟ ਦੇ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ, ਉਸ ਤੋਂ ਬਾਅਦ ਵੀ ਪੰਜਾਬ 'ਚ ਚੋਣਾਂ ਸ਼ੁਰੂ ਨਹੀਂ ਹੁੰਦੀਆਂ। ਉਸ ਕਮੇਟੀ ਨੇ ਕਿਹਾ ਸੀ 5 ਸਾਲ ਅੰਦਰ ਚੋਣਾਂ ਸ਼ੁਰੂ ਕਰਵਾਓ, ਤੇ ਹਰੇਕ ਸਾਲ ਨੋਟਿਸ ਵੀ ਆਉਂਦਾ ਯੂਨੀਵਰਸਿਟੀਆਂ ਨੂੰ ਤੁਸੀਂ ਇਲੈਕਸ਼ਨ ਸ਼ੁਰੂ ਕਰੋ, ਫਿਰ ਵੀ ਇਲੈਕਸ਼ਨ ਸ਼ੁਰੂ ਨਹੀਂ ਹੋ ਰਹੀ। ਜਿਵੇਂ ਇਹਦੇ 'ਚ ਕੀ ਆ, ਵਿਦਿਆਰਥੀ ਅਤੇ ਰਾਜਨੀਤੀ ਦੇ ਵਿੱਚ ਭਗਤ ਸਿੰਘ ਕਹਿੰਦਾ ਗਾ ਵੀ ਵਿਦਿਆਰਥੀਆਂ ਦਾ ਬਣਦਾ ਮੁੱਖ ਤੌਰ ਦੇ ਉੱਤੇ ਰਾਜਨੀਤੀ ਕਰਨ, ਕਿਉਂਕਿ ਵਿਦਿਆਰਥੀ ਕੋਈ ਹੋ ਨਹੀਂ ਸਕਦਾ ਇਹ ਸਮਾਜ ਦਾ ਜਿਹੜਾ ਸੁਚੇਤ ਪ੍ਰਾਣੀ ਆ, ਉਹ ਰਾਜਨੀਤੀ ਨਾ ਕਰੇ, ਇਹ ਕੋਈ ਚੀਜ਼ ਹੋ ਹੀ ਨਹੀਂ ਸਕਦੀ। ਮਤਲਬ ਕਿ ਉਹ ਆਪਦੇ ਫਰਜ਼ ਤੋਂ ਭੱਜ ਰਿਹਾ। ਮੰਨ ਲਓ ਵੀ ਮੈਂ ਇੱਥੇ ਰਾਜਨੀਤੀ ਨਾ ਕਰਾਂ, ਜਿਹੜੀ ਸੱਚ ਆ ਸੱਚ ਨੂੰ ਸੱਚ ਨਾ ਕਹਾਂ, ਝੂਠ ਨੂੰ ਝੂਠ ਨਾ ਕਹਾਂ, ਤਾਂ ਹੈ ਮੇਰਾ ਕੀ ਆ, ਮੇਰਾ ਇੱਕ ਮਨੁੱਖ ਹੋਣ ਦਾ ਜਿਹੜਾ ਫਰਜ਼ ਆ ਮੈਂ ਉਹਨੂੰ ਨਹੀਂ ਨਿਭਾ ਰਿਹਾ ਹੈਗਾ ਜੀ। ਇਸ ਕਰਕੇ ਰਾਜਨੀਤੀ ਨੂੰ ਕਰਨਾ, ਮਨੁੱਖ ਹੋਣ ਦਾ ਫਰਜ਼ ਨਿਭਾਉਣਾ। ਅੱਗੇ ਫਿਰ ਰੋਜ਼ ਚੋਣ ਰਾਜਨੀਤੀ ਦੀ ਆ। ਹੁਣ ਰਾਜਨੀਤੀ ਦੀ ਚੋਣ ਤੁਸੀਂ ਜਿਹੜੇ ਲੋਕਾਂ ਦੇ ਹੱਕ ਨੇਗੇ, ਜਿਹੜਾ ਬਜਟ ਦਾ, ਜਿਹੜਾ ਸਹੂਲਤਾਂ ਦਾ ਮੂੰਹ ਲੋਕਾਂ ਵੱਲ ਨੂੰ ਕਰਨਾ, ਇੱਕ ਇਹ ਰਾਜਨੀਤੀ ਆ। ਇੱਕ ਰਾਜਨੀਤੀ ਕੀ ਆ, ਕਾਰਪੋਰੇਟ ਦਾ, ਜਿਹੜੇ ਬੜੇ ਬੜੇ ਸਰਮਾਏਦਾਰ ਨੇ ਉਹਨਾਂ ਦਾ ਮੂੰਹ ਉਹਨਾਂ ਵੱਲ ਨੂੰ ਕਰਨਾ।
ਜਾਂ ਆਪ ਦੀਆਂ ਕੋਈ ਪੋਸਟਾਂ ਲੈਣੀਆਂ, ਆਪ ਦੇ ਵਾਸਤੇ ਕੋਈ ਜੇਬਾਂ ਭਰਨ ਵਾਸਤੇ ਕੋਈ ਰਾਜਨੀਤੀ ਕਰਨੀ ਹੈਗੀ। ਇੱਕ ਰਾਜਨੀਤੀ ਉਹ ਆ। ਮੈਂ ਤਾਂ ਜਿਹੜੀ ਪਹਿਲੇ ਤਰ੍ਹਾਂ ਦੀ ਆ ਭਗਤ ਸਿੰਘ ਦੇ ਵਿਚਾਰਾਂ ਵਾਲੀ ਚੋਣ ਦੀ ਆ, ਅਸੀਂ ਤੇ ਸਾਡੀ ਜਥੇਬੰਦੀ ਉਹਦੀ ਵਕਾਲਤ ਕਰਦੇ ਹਾਂ ਵੀ ਉਹ ਰਾਜਨੀਤੀ ਹੋਣੀ ਚਾਹੀਦੀ ਆ। ਦੂਜੀ ਰਾਜਨੀਤੀ ਤਾਂ ਹੋਏ ਰਹੀ ਹੈ ਨਾ ਜੀ। ਮੰਨ ਲਓ ਵੀ ਇਹ ਰਾਜਨੀਤੀ ਨਾ ਹੋਵੇ, ਵਿਦਿਆਰਥੀਆਂ ਨੂੰ ਸੁਚੇਤ ਕਰਨ ਦੀ ਮਸਲਾ ਆ ਗਿਆ। ਦੂਜੀ ਰਾਜਨੀਤੀ ਤਾਂ ਹੁੰਦੀ ਆ, ਉਹ ਸਕੂਲਾਂ ਕਾਲਜਾਂ 'ਚ ਵਿਦਿਆਰਥੀਆਂ ਨੂੰ ਭਰ ਕੇ ਰੈਲੀਆਂ 'ਚ ਲੈ ਕੇ ਜਾਂਦੇ ਨੇ, ਉਹ ਉਹਨਾਂ ਨੂੰ ਗੁੰਡਾ ਗਰੁੱਪ ਬਣਾਉਂਦੇ ਨੇਗੇ, ਜਿਹੜੇ ਆਪਦੇ ਵਾਸਤੇ ਆਪਦੇ ਮਸਲਿਆਂ ਵਾਸਤੇ ਉੱਥੇ ਕੀ ਕਹਿੰਦੇ ਨੇ ਵਿਦਿਆਰਥੀ ਜਿਹੜੇ ਉਹਨਾਂ ਦੀ ਪਾਲਿਸੀ ਸਵਾਲ ਨਹੀਂ ਚੱਕਦੇ। ਮਤਲਬ ਵਿਦਿਆਰਥੀ ਸੁਚੇਤ ਨਾ ਹੋਵੇ, ਉਹ ਰਾਜਨੀਤੀ ਆ। ਵਿਦਿਆਰਥੀ ਆਪਦੇ ਹੱਕਾਂ ਪ੍ਰਤੀ ਜਾਣੂ ਨਾ ਹੋਵੇ, ਉਹ ਵੀ ਤਾਂ ਰਾਜਨੀਤੀ ਆ। ਉਹ ਲੁਟੇਰਿਆਂ ਦੀ ਆ, ਉਹ ਰਾਜਨੀਤੀ ਹੈ ਵੋਟ ਬਟੋਰੂ ਪਾਰਟੀਆਂ ਦੀ ਆ। ਚਾਹੋ ਤੁਸੀਂ ਨਾ ਚਾਹੋ, ਤੁਸੀਂ ਰਾਜਨੀਤੀ ਦਾ ਹਿੱਸਾ ਹੁੰਦੇ ਹੋ। ਕਿਉਂ? ਕਿਉਂਕਿ ਸਮਾਜ ਦੇ ਵਿੱਚ ਤੁਸੀਂ ਰਹਿ ਰਹੇ ਹੋ। ਇਸ ਕਰਕੇ ਜਦੋਂ ਲਗਾਤਾਰ ਇਹਦੇ ਉੱਤੇ ਜੇ ਅਲੱਗ-ਅਲੱਗ ਆਉਂਦੇ ਨੇਗੇ, ਅਲੱਗ-ਅਲੱਗ ਸੁਪਰੀਮ ਕੋਰਟ ਵੱਲੋਂ ਯੂਨੀਵਰਸਿਟੀ ਨੂੰ ਹਦਾਇਤਾਂ ਆਉਂਦੀਆਂ ਨੇਗੀਆਂ, ਉਹਨਾਂ ਨੂੰ ਲਾਗੂ ਤਾਂ ਨਹੀਂ ਕੀਤਾ ਜਾਂਦਾ ਵੀ ਇਹਦੇ ਨਾਲ ਲੋਕ ਸੁਚੇਤ ਹੋਣਗੇ, ਵਿਦਿਆਰਥੀ ਜਾਣੂ ਹੋਣਗੇ, ਸਾਨੂੰ ਸਵਾਲ ਕਰਨਗੇ। ਹੁਣ ਜਿਵੇਂ 2000 ਜੇ ਮੈਂ ਇਹ ਗੱਲ ਨੂੰ ਅੰਤਰਰਾਸ਼ਟਰੀ ਪੱਧਰ ਦੀ ਗੱਲ ਕਰੀਏ, 2008 ਦੇ ਵਿੱਚ ਕ੍ਰਾਈਸਿਸ ਆਉਂਦਾ, ਸਬ ਪ੍ਰਾਈਮ ਕ੍ਰਾਈਸਿਸ, ਮੰਦੀ ਆਉਂਦੀ ਹੈਗੀ। ਅਮਰੀਕਾ ਤੋਂ ਜਿਹੜੇ ਵਿਕਸਿਤ ਦੇਸ਼ ਨੇ ਉਹਨਾਂ 'ਚ ਸ਼ੁਰੂਆਤ ਹੁੰਦੀ ਆ। ਜਦੋਂ ਆਰਥਿਕ ਮੰਦੀ ਆਉਂਦੀ ਹੈ, ਨਾਲ ਦੀ ਨਾਲ ਰਾਜਨੀਤਿਕ ਮੰਦੀ ਵੀ ਆਉਂਦੀ ਆ। ਪੂਰੇ ਵਿਸ਼ਵ 'ਚ ਆਪਾਂ ਦੇਖੀਏ ਕਿੰਨੀ ਹਲਚਲ ਹੁੰਦੀ ਹੈਗੀ, ਕਿੰਨਾ ਪਛਾਕੜੀ, ਜਿਵੇਂ ਕਿ ਆ ਬਲੈਕ ਲਾਈਵਜ਼ ਮੈਟਰ ਦੀ ਮੂਵਮੈਂਟ ਚੱਲਦੀ ਆ, ਜੈਲੋ ਵੈਸਟ ਦੀ ਮੂਵਮੈਂਟ ਚੱਲਦੀ ਆ, ਜਾਂ ਕੀ ਕਹਿੰਦੇ ਨੇ ਅਫਰੀਕਨ ਏਸ਼ੀਅਨ ਦੇ ਖਿਲਾਫ ਪੂਰੀ ਮੂਵਮੈਂਟ ਚੱਲਦੀ ਆ ਵੀ ਇਹ, ਜਾਂ ਕੀ ਕਹਿੰਦੇ ਨੇ ਆਪਣੇ ਮੁਸਲਮਾਨਾਂ ਦੇ ਖਿਲਾਫ ਜਿਹੜੀ ਪੂਰੇ ਵਿਸ਼ਵ ਦੇ ਵਿੱਚ ਚੱਲਦੀ ਹੈਗੀ। ਇਸ ਤਰੀਕੇ ਦੀ ਧਰਮੂ ਫਿਰਕੂ ਜਿਹੜੀਆਂ ਹਿਟਲਰ ਦੇ ਦੌਰ ਦੇ ਵਿੱਚ ਨਸਲ ਦੇ ਆਧਾਰ ਦੇ ਉੱਤੇ ਸੀਗਾ, ਉਹ ਧਰਮਾਂ ਦੇ ਫਿਰਕਿਆਂ ਦੇ ਉੱਤੇ ਜਿਵੇਂ ਨਸਲਾਂ ਦੇ ਆਧਾਰ ਦੇ ਉੱਤੇ ਪੂਰੇ ਵਿਸ਼ਵ ਦੇ ਵਿੱਚ ਚੱਲਿਆ। 2012 ਦੇ ਵਿੱਚ ਜਿਹੜਾ ਕ੍ਰਾਈਸਿਸ ਆ ਤੀਸਰੀ ਦੁਨੀਆ ਵੱਲ ਨੂੰ ਆਉਂਦਾ, ਜਿਸ 'ਚ ਭਾਰਤ, ਅਫਰੀਕਾ, ਦੱਖਣੀ ਏਸ਼ੀਆ ਸਾਰੇ ਦੇਸ਼ ਹੀ ਹੋ ਗਏ। ਹਾਂ, ਸਾਰੇ ਥਰਡ ਵਰਲਡ ਕੰਟਰੀ ਇਹਨੂੰ ਕਹਿੰਦੇ ਆ। ਹੁਣ 2012 ਦੇ ਵਿੱਚ ਉਹ ਆਉਂਦਾ। 2012 ਦੇ ਵਿੱਚ ਤੁਸੀਂ ਦੇਖੋ ਉਸ ਸਮੇਂ ਦੇ ਵਿੱਚ ਜਿਹੜੀਆਂ ਪਛਾਕੜੀ ਤਾਕਤਾਂ ਨੇਗੀਆਂ ਰਾਜਨੀਤੀ ਦੇ ਤੌਰ ਦੇ ਵਿੱਚ, ਉਹ ਵੀ ਪਿੱਛੇ ਵੱਲ ਨੂੰ ਜਾਂਦੀਆਂ ਨੇ। ਮੋਦੀ ਦਾ BJP RSS ਦਾ ਆਉਣਾ, ਉਹਦੀ ਹਾਈਐਸਟ ਸਟੇਜ ਹੈਗੀ ਜੀ। ਉਹ ਜਿਹੜਾ ਕ੍ਰਾਈਸਿਸ ਆ ਰਿਹਾ 2008 ਤੋਂ ਬਾਅਦ, ਜਾਂ ਉਸ ਸਮੇਂ ਦੇ ਵਿੱਚ ਲਗਾਤਾਰ ਆ ਰਿਹਾ, ਤਾਂ ਅੱਜ ਦੇ ਸਮੇਂ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਇਹ ਮਾਹੌਲ ਬਣਿਆ ਪਿਆ। ਹੁਣ ਤੁਸੀਂ ਮੁਸਲਮਾਨਾਂ ਨੂੰ ਗੱਡੀ ਦੇ ਵਿੱਚ ਕੱਢ ਕੇ ਸਿਰਫ ਉਹਦੀ ਦਾੜੀ ਦੇਖ ਕੁੱਟ ਕੇ ਮਾਰ ਦਿੰਦੇ ਹੋ। ਮਸਜਿਦ ਦੇ ਉੱਪਰ ਝੰਡੇ ਲਾਏ ਜਾਂਦੇ। ਹੁਣ ਰਾਮਨਵਮੀ ਫਲ ਵੇਚਣ ਵਾਲੇ ਸੀ ਮੁਸਲਮਾਨਾਂ ਨੂੰ ਕੁੱਟਿਆ ਜਾ ਰਿਹਾ ਹੈ। ਬਿਲਕੁਲ। ਆ ਹੁਣ ਰਾਮਨਵਮੀ ਵਾਲੇ ਦਿਨ ਕੀ ਹਮਲਾ ਹੋਇਆ ਜੀ, ਜੇਲ੍ਹ ਵਿੱਚ ਅਲੱਗ-ਅਲੱਗ ਪੂਰੇ ਭਾਰਤ 'ਚ, ਮੱਧ ਪ੍ਰਦੇਸ਼ ਦੇ ਵਿੱਚ ਲਿਖੋ, ਕਰਨਾਟਕਾ ਦੇ ਵਿੱਚ ਜਿਹੜੀ ਪਿੱਛੇ ਘਟਨਾ ਹਜਾਬ ਵਾਲੀ ਆਈ ਆ, ਤੁਸੀਂ ਕਿੱਥੇ ਅਲੱਗ-ਅਲੱਗ ਘਟਨਾ ਦੇਖੀਏ। ਹੁਣ ਰੇਪ ਦੀਆਂ ਘਟਨਾਵਾਂ ਕਿੰਨੀਆਂ, ਜਾਂ ਅਲੱਗ-ਅਲੱਗ ਸਮਾਜਿਕ ਕੁਰੀਤੀ ਦੇ ਜਿਹੜੇ ਹਮਲੇ ਨੇਗੇ ਉਹ ਹੋਰ ਤਿੱਖੇ ਹੋਏ ਨੇਗੇ। ਜਿਵੇਂ ਇਹ ਸਮੇਂ ਦੇ ਵਿੱਚ ਕੋਈ ਵਿਦਿਆਰਥੀ ਕਹੇ, ਕੋਈ ਇਨਸਾਨ ਕਹੇ ਵੀ ਮੈਂ ਰਾਜਨੀਤੀ ਨਹੀਂ ਕਰਨੀ, ਤਾਂ ਉਹ ਜ਼ਾਲਮਾਂ ਦੇ ਨਾਲ ਖੜੂਗਾ ਜੀ। ਜਿਵੇਂ ਕੋਈ ਦੋ ਲੋਕ ਲੜ ਰਹੇ ਨੇ, ਇੱਕ ਤਕੜਾ ਇੱਕ ਮਾੜਾ, ਜੇ ਤੁਸੀਂ ਨਿਊਟਰਲ ਹੋ, ਤੁਸੀਂ ਕਹੋ ਵੀ ਮੈਂ ਤਾਂ ਕਿਸੇ ਦਾ ਪੱਖ ਨਹੀਂ ਲੈਣਾ, ਤੁਸੀਂ ਤਕੜੇ ਦਾ ਪੱਖ ਲੈ ਰਹੇ ਹੁੰਦੇ ਹੋ ਜੀ। ਇਹਦਾ ਮਤਲਬ ਕੀ ਹੈ? ਜੇ ਅੱਜ ਦੇ ਸਮੇਂ 'ਚ ਜ਼ੁਲਮ ਜਿਹੜੇ ਸਾਰੇ ਚੱਲ ਰਹੇ ਨੇ, ਤੁਸੀਂ ਰਾਜਨੀਤੀ ਤੋਂ ਬਾਹਰ ਰਹਿਣ ਦੀ ਗੱਲ ਕਰਦੇ ਹੋ, ਤਾਂ ਉਹਨੂੰ ਤੁਸੀਂ ਜਾਇਜ਼ ਕਰ ਰਹੇ ਹੋ, ਚਾਹੋ ਨਾ ਚਾਹੋ। ਜਿਹੜੀਆਂ ਆਪਾਂ ਗੱਲਾਂ ਕੀਤੀਆਂ ਨੇ, ਇਦੋਂ ਵੀ ਹੋਰ ਬਹੁਤ ਵੱਡੀਆਂ ਗੱਲਾਂ ਨੇਗੀਆਂ। ਤੁਸੀਂ ਜਿਹੜੇ ਲੋਕਾਂ 'ਤੇ ਜ਼ੁਲਮ ਚੱਲ ਰਹੇ ਨੇ, ਤੁਸੀਂ ਉਹਨੂੰ ਸਹੀ ਕਹਿੰਦੇ ਹੋ। ਹੁਣ 2016 ਦੇ ਵਿੱਚ ਵਿਦਾਂਤਾ ਦੀ ਘਟਨਾ ਸੀਗੀ ਤਾਮਿਲਨਾਡੂ ਦੇ ਵਿੱਚ, ਉਹਦੇ ਵਿੱਚ ਸਨਾਈਪਰ ਦੇ ਨਾਲ, ਜਿਵੇਂ ਆਪਾਂ 19 ਅਪ੍ਰੈਲ ਲੰਘ ਕੇ ਗਿਆ ਨਾ, ਉਹਦੇ ਵਿੱਚ 13 ਅਪ੍ਰੈਲ ਲੰਘ ਕੇ ਗਿਆ, ਉਹਦੇ ਵਿੱਚ ਕੀ ਸੀਗਾ, ਜਿਨ੍ਹਾਂ ਨੇ ਬਾਗ ਦਾ ਸਾਕਾ ਹੋਇਆ 13 ਅਪ੍ਰੈਲ 1919 ਨੂੰ, ਉਹਦੇ ਵਿੱਚ ਨਿਹੱਥੇ ਨਿਰਦੋਸ਼ ਲੋਕਾਂ ਉੱਤੇ ਜ਼ਾਲਮ ਸਰਕਾਰ ਨੇ, ਬ੍ਰਿਟਿਸ਼ ਨੇ ਹਮਲਾ ਕੀਤਾ, ਉਹਨੂੰ ਮਾਰਿਆ। ਹੁਣ ਉਸੇ ਤਰੀਕੇ ਦੀ ਘਟਨਾ 2016 ਦੇ ਵਿੱਚ ਵਾਪਰੀ। ਵਿਦਾਂਤਾ ਨਾਂ ਦੀ ਕੰਪਨੀ ਸੀਗੀ ਜੀ, ਉਹਦੇ ਉੱਤੇ ਲੋਕ ਉੱਥੇ ਇਕੱਠੇ ਹੋ ਕੇ ਮੁਜ਼ਾਹਰਾ ਕਰ ਰਹੇ ਸੀ ਵੀ ਸਾਡੇ ਜਿਹੜੇ ਕੁਦਰਤੀ ਸਰੋਤ ਨੇ ਖਤਮ ਕਰ ਰਹੇ, ਪਾਣੀ ਸਾਡਾ ਖਰਾਬ ਹੋ ਰਿਹਾ। ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨ ਜਾ ਰਹੇ ਸੀਗੇ, ਸਨਾਈਪਰ ਸੱਦ ਕੇ ਸਿੱਧੀਆਂ ਉਹਨਾਂ 'ਤੇ ਗੋਲੀਆਂ ਚਲਾਈਆਂ, 16 ਤੋਂ 18 ਬੰਦੇ ਉੱਥੇ ਮਾਰੇ। ਇਹ ਵੀ ਜ਼ਿਲ੍ਹਿਆਂ ਵਾਲਾ ਬਾਗ ਆ। ਹੁਣ ਇਹਨਾਂ ਚੀਜ਼ਾਂ ਪ੍ਰਤੀ ਵਿਦਿਆਰਥੀ ਨਹੀਂ ਸੁਚੇਤ ਹੋਣਗੇ, ਤਾਂ ਉਹ ਬ੍ਰਿਟੇਨ, ਉਹ ਗੋਰੇ ਅੰਗਰੇਜ਼ਾਂ ਤੋਂ ਗਾਲਾਂ ਕੱਢੀ ਜਾਣਗੇ। ਜਿਹੜੇ ਅੱਜ ਕਾਲੇ ਅੰਗਰੇਜ਼ ਕਾਬਜ਼ ਨੇ ਸੱਤਾ ਦੇ ਉੱਤੇ, ਉਹਨਾਂ ਨੂੰ ਨਹੀਂ ਕੱਢਣਗੇ। ਹਰ ਰੋਜ਼ 9000 ਬੱਚਾ ਭੁੱਖ ਨਾਲ ਹੋਣ ਵਾਲੀ ਬਿਮਾਰੀ ਨਾਲ ਮਰ ਜਾਂਦਾ। ਇਹ ਸਾਨੂੰ ਨਹੀਂ ਪਤਾ ਹੋਊਗਾ। ਮਤਲਬ ਜਿਹੜੇ ਦੇਸ਼ ਦੇ ਵਿੱਚ ਅਸੀਂ ਰਹਿ ਰਹੇ ਹਾਂ, ਇੰਨਾ ਅਨਾਜ ਹੁੰਦਾ ਗਦਾਨਾਂ ਦੇ ਵਿੱਚ ਸੜੀ ਜਾਂਦਾ, ਉਹਦੇ ਵਿੱਚ ਇਸ ਤਰੀਕੇ ਨਾਲ ਬੱਚੇ ਕਤਲ ਹੋ ਰਹੇ ਨੇਗੇ, ਉਹਦੇ ਵਿੱਚ ਕੋਈ ਚੁੱਪ ਰਹੂਗਾ? ਉਹ ਰਾਜਨੀਤੀ ਤੋਂ ਦੂਰ ਜਾਊਗਾ, ਤਾਂ ਉਹ ਜ਼ਾਲਮਾਂ ਦੇ ਨਾਲ ਖੜ ਰਿਹਾ। ਇਸ ਕਰਕੇ ਇਹ ਸਰਕਾਰਾਂ ਨਹੀਂ ਚਾਹੁੰਦੀਆਂ ਵੀ ਅਸੀਂ ਸਵਾਲ ਪੁੱਛੀਏ, ਉਹ ਨਹੀਂ ਚਾਹੁੰਦੀਆਂ ਵੀ ਮੋਦੀ ਨੂੰ ਅਸੀਂ ਪੁੱਛੀਏ ਵੀ ਤੂੰ ਤਾਂ 15 ਲੱਖ ਰੁਪਏ ਕਹਿੰਦਾ ਸੀਗਾ ਖਾਤੇ ਦੇ ਵਿੱਚ ਪਾਵਾਂਗਾ, ਕਿਉਂ ਨਹੀਂ ਪਾਇਆ? ਤੂੰ ਤਾਂ ਕਹਿੰਦਾ ਜੀ 2 ਕਰੋੜ ਰੁਜ਼ਗਾਰ ਹਰ ਇੱਕ ਸਾਲ ਜਨਰੇਟ ਕਰੂੰਗਾ, ਨਹੀਂ ਕੀਤਾ। ਅਸੀਂ ਤਾਂ ਪੁੱਛਾਂਗੇ ਸਵਾਲ। ਇਹ ਰਾਜਨੀਤੀ ਆ। ਜੇ ਕੈਪਟਨ ਨੇ ਕਿਹਾ ਸੀ ਵੀ ਪਹਿਲੀ ਤੋਂ ਲੈ ਕੇ PhD ਤੱਕ ਦੀ ਸਿੱਖਿਆ ਕੁੜੀਆਂ ਦੀ ਸਾਰੀ ਮਾਫ ਕਰਾਂਗੇ ਅਸੀਂ, ਜੇ ਉਹ ਨਹੀਂ ਕਰਦਾ ਅਸੀਂ ਤਾਂ ਪੁੱਛਾਂਗੇ ਸਵਾਲ, ਘਰ ਰੁਜ਼ਗਾਰ ਦੀ ਗੱਲ ਕਰਾਂਗੇ। ਹੁਣ ਉਹ ਨਹੀਂ ਚਾਹੁੰਦੇ ਵੀ ਅਸੀਂ ਮੈਨੀਫੈਸਟੋ ਦੇ ਵਿੱਚ ਆਹ ਲਿਖਤਾ, ਲੋਕਾਂ ਨੂੰ ਅਸੀਂ ਆਹ ਕਿਹਾ, ਇਕੱਠੇ ਨਾ ਹੋਣ, ਲੋਕ ਸੁਚੇਤ ਨਾ ਹੋਣ, ਸਵਾਲ ਨਾ ਕਰਨ।
ਇਹ ਇੰਟਰਸਟ ਉਹਨਾਂ ਦਾ ਸਿੱਧਾ ਸਿੱਧਾ। ਵਿਦਿਆਰਥੀਆਂ ਚੋਣਾਂ ਰੋਕਣ ਦੇ ਵਿੱਚ ਪ੍ਰਾਈਵੇਟ ਕਾਲਜਾਂ ਦੀ ਕਿੰਨੀ ਭੂਮਿਕਾ? ਪ੍ਰਾਈਵੇਟ ਕਾਲਜਾਂ ਦਾ ਜਿਵੇਂ ਪੂਰਾ ਆਈਡੀਆ ਦੀ ਆਪਾਂ ਗੱਲ ਕਰੀਏ 47 ਦੇ ਵਿੱਚ, ਥੋੜੀ ਜਿਹੀ ਗੱਲ ਮੇਰੀ ਲੰਮੀ ਹੋ ਗਈ, ਕੋਈ ਨਹੀਂ, ਜ਼ਰੂਰ। 47 ਦੇ ਵਿੱਚ ਦੇਸ਼ ਆਜ਼ਾਦ ਹੁੰਦਾ ਅੰਗਰੇਜ਼ਾਂ ਤੋਂ, ਲੋਕ ਇੱਥੇ ਸੱਤਾ ਤੇ, ਇੱਥੇ ਦੇ ਭਾਰਤੀ ਹਾਕਮ ਜਮਾਤ ਇੱਥੇ ਸੱਤਾ ਤੇ ਕਾਬਜ ਹੁੰਦੀ ਆ। ਟਾਟਾ ਬਿਰਲਾ ਉਹ 'ਚ ਮੇਨ ਭੂਮਿਕਾ ਨਿਭਾਉਂਦੇ ਨੇ ਜੀ। ਉਸ ਸਮੇਂ ਦੇ ਵਿੱਚ ਲੋਕਾਂ ਦਾ ਇੱਕ ਵਿਦਰੋਹ ਸੀਗਾ, ਲੋਕਾਂ ਦਾ ਇੱਕ ਰੋਸ ਸੀਗਾ ਵੀ ਸਾਡਾ ਦੇਸ਼ ਆਜ਼ਾਦ ਹੋ ਗਿਆ, ਸਾਨੂੰ ਸਹੂਲਤਾਂ ਹੋਣ। ਲੋਕਾਂ ਨੇ ਦਿਨ ਜਾਨ ਲਾ ਕੇ ਮਿਹਨਤ ਵੀ ਕੀਤੀ ਉਹਦੇ ਵਾਸਤੇ। ਭਾਖੜਾ ਡੈਮ ਉਸੇ ਵਿੱਚ ਬਣਿਆ, ਲੋਕਾਂ ਨੇ ਆਪਦੇ ਵਾਧੂ ਸਮਾਂ ਜਾਨਾਂ ਗਈਆਂ ਨੇ ਭਾਖੜਾ ਡੈਮ ਵਾਸਤੇ। ਪੰਜਾਬ ਦੇ ਵਿੱਚ ਕਿੱਡੇ ਵੱਡੇ ਲੋਕ ਉੱਥੇ ਜਾ ਕੇ, ਪੰਜਾਬ ਦੇ ਕੀ ਪੂਰੇ ਭਾਰਤ ਦੇ ਜਿੰਨੇ ਵੀ ਕੰਮ ਹੋਏ ਨੇ ਉਸ ਸਮੇਂ ਦੇ ਵਿੱਚ, ਅਲੱਗ-ਅਲੱਗ IT ਸੈਕਟਰ, ਅਲੱਗ-ਅਲੱਗ ਜਿੰਨੇ ਅਦਾਰੇ ਖੜੇ ਹੋਏ ਨੇ, ਲੋਕਾਂ ਨੇ ਆਪਦੀ ਜ਼ਿੰਦਗੀ ਦਾ ਸਮਾਂ ਲਾਇਆ, ਫਿਰ ਉਹ ਸਥਾਪਿਤ ਹੋਏ। ਲੋਕਾਂ ਨੂੰ, ਜੇ ਲੋਕਾਂ ਨੂੰ ਸਹੂਲਤਾਂ ਨਾ ਦਿੰਦੇ ਉਸ ਸਮੇਂ 'ਚ, ਪਬਲਿਕ ਅਦਾਰੇ ਨਾ ਬਣਦੇ, ਤਾਂ ਲੋਕਾਂ ਨੇ ਇਹਨਾਂ ਦੇ ਖਿਲਾਫ ਵੀ ਵਿਦਰੋਹ ਕਰ ਦੇਣਾ ਸੀਗਾ। ਇਸ ਕਰਕੇ ਮਜਬੂਰੀ ਸੀਗਾ। ਜਿਵੇਂ ਜਿਵੇਂ ਲੋਕਾਂ ਦਾ ਵਿਦਰੋਹ ਘਟਦਾ ਗਿਆ, ਪਹਿਲੀ ਗੱਲ। ਦੂਜੀ ਗੱਲ ਕੀ ਆ, ਉਹ ਸਮੇਂ ਦੇ ਵਿੱਚ ਉਹਨਾਂ ਸਹੂਲਤਾਂ ਘਟਦੀਆਂ ਗਈਆਂ, ਪਹਿਲੀ ਗੱਲ ਆ ਜੀ। ਦੂਜੀ ਗੱਲ ਕੀ ਆ, ਉਹ ਸਮੇਂ ਦੇ ਵਿੱਚ ਟਾਟਾ ਬਿਰਲਾ ਕੋਲ ਇੰਨਾ ਕੈਪੀਟਲ ਨਹੀਂ ਸੀ, ਇੰਨਾ ਪੈਸਾ ਨਹੀਂ ਸੀਗਾ ਵੀ ਉਹ ਰੇਲ ਖਰੀਦ ਸਕੇ, ਇੰਨਾ ਨਹੀਂ ਸੀਗਾ ਵੀ ਉਹ ਸਰਕਾਰੀ ਕਾਲਜ ਯੂਨੀਵਰਸਿਟੀਆਂ ਖੜੀਆਂ ਕਰ ਸਕੇ। ਇਹਨੂੰ ਕਹਿੰਦੇ ਆ ਲੌਂਗ ਰਨ। ਫਿਕਸਡ ਕੈਪੀਟਲ ਦੇ ਵਿੱਚ ਇਨਵੈਸਟਮੈਂਟ ਨਹੀਂ ਕਰ ਸਕਦੇ ਐਡੇ ਵੱਡੇ ਪੱਧਰ ਦੀ, ਜਿਹਦਾ ਸਰਕਲ ਵੱਡਾ ਹੋਵੇ। ਛੋਟੇ ਸਰਕਲ ਦੀਆਂ ਚੀਜ਼ਾਂ, ਜਿਵੇਂ ਡੇਲੀ ਯੂਜ਼ ਦੀਆਂ ਚੀਜ਼ਾਂ ਨੇ ਗਿਆ, ਰੋਜ਼ਮਰਾ ਦੀਆਂ ਚੀਜ਼ਾਂ ਨੇ, ਉਹਨਾਂ 'ਚ ਇਨਵੈਸਟ ਕੀਤਾ। ਜਿਵੇਂ ਜਿਵੇਂ ਇੱਥੇ ਦੇ ਬੜੇ ਬੜੇ ਸਰਮਾਏਦਾਰ ਅਮੀਰ ਹੁੰਦੇ ਗਏ, ਉਵੇਂ ਉਵੇਂ ਸਰਕਾਰ ਜਿਹੜੀਆਂ ਚੀਜ਼ਾਂ ਪੈਦਾ ਕਰਦੀ ਸੀਗੀ ਉਹਨਾਂ ਨੂੰ ਵੇਚਦੀ ਗਈਆਂ। ਜਦੋਂ ਖਰੀਦਣ ਵਾਲੇ ਬੜੇ ਬੜੇ ਸਰਮਾਏਦਾਰ ਜਿੰਨੇ ਅਮੀਰ ਹੁੰਦੇ ਗਏ, ਤਾਂ ਸਰਕਾਰੀ ਅਦਾਰੇ ਉਹਨਾਂ ਵਿਕਦੇ ਗਏ। ਹੁਣ ਆਪਾਂ ਕਹੀਏ ਰੇਲ ਵੀ ਵਿਕ ਗਈ, ਸੋਚ ਸਕਦੇ ਸੀਗੇ ਵੀ ਬੜੇ ਬੜੇ ਰੋਡ ਆ ਜਿਹਨਾਂ ਦੇ ਆਪਾਂ ਚੱਲਦੇ, ਟੋਲ ਟੈਕਸ ਵਾਲੇ ਲੱਗ ਕੇ ਇਹ ਵੀ ਵਿਕੀ ਜਾਂਦੇ ਨੇਗੇ। ਕਿਸੇ ਸਮੇਂ ਤੱਕ ਉਹਨਾਂ ਕੋਲ ਇੰਨਾ ਪੈਸਾ ਨਹੀਂ ਸੀ ਵੀ ਇੰਨੀ ਇਨਵੈਸਟਮੈਂਟ ਕਰਦੇ। ਇਸ ਕਰਕੇ ਜੀ ਤੋਂ ਛੇਤੀ ਮੁਨਾਫਾ, ਛੇਤੀ ਸਰਕਲ, ਜਿਹਦਾ 4 ਦਿਨਾਂ ਦਾ 5 ਦਿਨਾਂ ਦਾ ਸਰਕਲ ਚੱਲਦਾ, ਉਹਨਾਂ ਚੀਜ਼ਾਂ 'ਚ ਪੈਸੇ ਲਾ ਕੇ ਮੁਨਾਫਾ ਲੈ ਰਹੇ ਸੀ। ਅੱਜ ਉਹ ਵਿਕ ਰਹੇ ਨੇਗੇ। ਉਸੇ ਤਰੀਕੇ ਨਾਲ ਜਿਹੜੀ ਸਿੱਖਿਆ ਕੀ ਆ, ਸਿੱਖਿਆ ਇੱਕ ਪੁਰਾਣੀ ਪੀੜ੍ਹੀ ਦੁਆਰਾ ਦਿੱਤਾ ਗਿਆ ਗਿਆਨ ਅਗਲੀ ਪੀੜ੍ਹੀ ਨੂੰ ਆ ਜੀ। ਸਾਰੀ ਪੁਰਾਣੀ ਪੀੜ੍ਹੀਆਂ ਦਾ ਇਕੱਠਾ ਕੀਤਾ ਹੋਇਆ ਤਜਰਬਾ, ਇਹ ਸਿੱਖਿਆ ਹੈਗੀ। ਉਹ ਸਿੱਖਿਆ ਦੇਣ ਦੇ ਮਾਧਿਅਮ ਅਲੱਗ-ਅਲੱਗ ਨੇ। ਉਹ ਮਾਧਿਅਮ ਕੀ ਨੇ? TV, ਮੀਡੀਆ। ਪਰਿਵਾਰ ਵੀ ਤੁਹਾਡਾ ਮਾਧਿਅਮ ਆ। ਇੱਕ ਪਰਿਵਾਰ ਪੁਰਾਣੀ ਉਹਨਾਂ ਦੇ ਪੂਰਵਜਾਂ ਦੀ ਜਿੰਨੀ ਸਿੱਖਿਆ ਦਿੱਤੀ ਉਹ ਦਿੱਤਾ, ਸਮਾਜ ਦਿੰਦਾ ਤੁਹਾਨੂੰ। TV, ਮੀਡੀਆ, ਅਖਬਾਰ, ਉਹਨਾਂ ਉੱਤੇ ਸਰਕਾਰਾਂ ਦਾ ਕਾਬਜ ਹੋ ਗਈਆਂ। ਹੁਣ TV, ਮੀਡੀਆ, ਅਖਬਾਰ ਦੇ ਉੱਤੇ ਤੁਸੀਂ ਹਿੰਦੂ ਮੁਸਲਿਮ ਚੱਲੀ ਜਾਂਦੇ। ਫਿਰਕਾ ਪ੍ਰਸਤੀ ਪੂਰੀ ਦੀ ਪੂਰੀ ਭਾਰੀ ਜਾ ਰਹੀ ਆ। ਉਹਨਾਂ ਦੇ ਵਿਚਾਰਾਂ ਨੂੰ ਸਹੀ ਵੀ ਸਿਸਟਮ ਬਦਲ ਨਹੀਂ ਸਕਦਾ, ਨਹੀਂ ਬਦਲਣਾ ਚਾਹੀਦਾ, ਸਰਕਾਰਾਂ ਬਦਲੋ, ਇਹ ਆਈਡੀਆ ਉਹਨਾਂ ਦਾ। ਤੁਸੀਂ ਚਾਹੋ ਨਾ ਚਾਹੋ ਤੁਹਾਡੀ ਸੋਚ ਦਾ ਹਿੱਸਾ ਬਣੀ ਜਾਂਦਾ ਜੀ। ਹੁਣ ਹੋ ਗਈ ਇਨਫਾਰਮਲ ਸਿੱਖਿਆ। ਫਾਰਮਲ ਸਿੱਖਿਆ ਘੱਟੋ ਘੱਟ ਤੁਹਾਨੂੰ ਸਵਾਲ ਸੁਚੇਤਨ, ਜਿਹੜੀ ਆਪਣੀ ਪੜ੍ਹਨ ਵਾਲੀ ਸਿੱਖਿਆ ਇਹ ਦਿੰਦੀ ਆ, ਲੋਕਾਂ ਨੂੰ ਸੁਚੇਤ ਬਣਾਉਂਦੀ ਆ, ਵੀ ਘੱਟੋ ਘੱਟ ਅੱਖਰ ਗਿਆਨ ਤਾਂ ਦਿੰਦੀ ਆ ਵੀ ਤੁਸੀਂ ਜਾਣੋ, ਅਲੱਗ-ਅਲੱਗ ਜਾਣਕਾਰੀ ਦਿੰਦੇ, ਤੁਸੀਂ ਜਿਹਨੂੰ ਥੋੜ੍ਹਾ ਚੀਜ਼ਾਂ ਐਨਾਲਾਈਜ਼ ਕਰਕੇ, ਅਲੱਗ-ਅਲੱਗ ਚੀਜ਼ਾਂ ਪੜ੍ਹ ਕੇ ਤੁਸੀਂ ਸਿੱਖਿਅਤ ਹੋ ਸਕਦੇ ਹੋ। ਹੁਣ ਜਿਹੜੀ ਫਾਰਮਲ ਐਜੂਕੇਸ਼ਨ ਆ, ਇਹਦੇ ਵਿੱਚੋਂ ਵੀ ਲੋਕ ਇਹ ਪ੍ਰਬੰਧ ਦਾ ਹਿੱਸਾ ਬਣਨ, ਇਹ ਸਿਸਟਮ ਇਸੇ ਤਰੀਕੇ ਨਾਲ ਬਣਿਆ ਰਹੇ। ਇਸ ਕਰਕੇ ਜਿਹੜੀ ਫਾਰਮਲ ਐਜੂਕੇਸ਼ਨ ਆ, ਸਕੂਲ ਕਾਲਜਾਂ ਦੇ ਵਿੱਚ ਸਰਕਾਰੀ ਅਦਾਰੇ ਲਗਾਤਾਰ ਬੰਦ ਹੋ ਰਹੇ ਨੇ, ਪ੍ਰਾਈਵੇਟ ਲਗਾਤਾਰ ਵੱਧਦੇ ਜਾ ਰਹੇ ਨੇ। ਹੁਣ ਇਹਦਾ ਕਾਰਨ, ਇਹਦਾ ਵੀ ਇੱਕ ਮੈਂ ਲੈ ਕੇ ਆਉਣਾ ਉੱਥੇ ਗੱਲ, ਜਿਵੇਂ ਹੁਣ ਕੀ ਹੈ, ਸਰਕਾਰੀ ਅਦਾਰਿਆਂ 'ਚ ਜੇ ਸਹੂਲਤਾਂ ਚੰਗੀ ਤਰੀਕੇ ਨਾਲ ਮਿਲਣ ਜੀ, ਤਾਂ ਵਿਦਿਆਰਥੀ ਕਿੱਧਰ ਜਾਣਗੇ? ਸਰਕਾਰੀ ਅਦਾਰਿਆਂ ਵੱਲ ਜਾਣਗੇ। ਹਸਪਤਾਲ ਜੇ ਸਰਕਾਰੀ ਢੰਗ ਨਾਲ ਚੱਲਣ ਤਾਂ ਲੋਕ ਸਰਕਾਰੀ ਵੱਲ ਜਾਣਗੇ। ਹੁਣ ਇਹਦਾ ਕੀ ਆ, ਜੇ ਪ੍ਰਾਈਵੇਟ ਤਾਂ ਬਣ ਸਕਣਗੇ ਜਿਹੜੇ ਇਹਨਾਂ ਦੇ ਆਪਦੇ ਨੇ ਜੀ, ਇਹਨਾਂ ਦੇ ਆਪਦੇ ਨੇ ਜਾਂ ਇਹਨਾਂ ਦੇ ਭਾਈਵਾਲ ਦੇ ਨੇਗੇ, ਉਹ ਤਾਂ ਚੱਲਣਗੇ ਜੇ ਸਰਕਾਰੀ ਬੰਦ ਹੋਣਗੇ। ਸਰਕਾਰੀ ਬੰਦ ਦੇ ਤਰੀਕੇ ਇੱਕ ਨੇ, ਅਣਗਹਿਲੀਆਂ ਕਰੋ, ਉੱਥੇ ਭਰਤੀਆਂ ਨਾ ਨਵੀਆਂ ਕਰੋ। ਜਿਵੇਂ ਯੂਨੀਵਰਸਿਟੀ ਦਾ ਵੀ ਆਪਾਂ ਕ੍ਰਾਈਸਿਸ ਦੀ ਗੱਲ ਕਰੀਏ, ਇੱਥੇ ਨਵੀਆਂ ਭਰਤੀਆਂ ਸਕੂਲਾਂ ਕਾਲਜਾਂ 'ਚ ਕੋਈ ਭਰਤੀਆਂ ਨਹੀਂ ਕਰ ਰਹੇ। ਜੇ ਕੀਤੀ ਵੀ ਆ ਉਹ ਰੋਕੀ ਪਈ ਹੈਗੀ। ਕਿੰਨੇ ਸਮੇਂ ਦੇ ਵਿੱਚੋਂ ਸਕੂਲਾਂ ਦੇ ਕਿੰਨੇ ਮਿਆਰ ਦੀ ਗੱਲ ਕਰੀਏ, ਬਿਲਡਿੰਗਾਂ ਨਹੀਂ ਢੰਗ ਨਾਲ, ਵਿਦਿਆਰਥੀ ਨੂੰ ਬੈਠਣ ਦੀ ਨਹੀਂ। 25 ਸਾਲ ਤੋਂ ਕਾਲਜ 'ਚ ਭਰਤੀ ਨਹੀਂ ਹੋਈ 1100 ਦੀ, ਉਹ ਹੋਈ ਨਹੀਂ ਗਿਆ, ਪਿੱਛੇ ਹੋਈ 1158 ਦੀ, ਉਹ ਵਿੱਚ ਵਿਚਾਲੇ ਰੁਕੀ ਪਈ ਹੈਗੀ। ਜਾਂ ਜੇ ਭਰਤੀ ਵੀ ਕਰਦੇ ਨੇ, ਕੀ ਉਹ ਸਾਰੀਆਂ ਲੋੜਾਂ ਪੂਰੀਆਂ ਕਰ ਦੇਣਗੀਆਂ? ਹੁਣ ਪਟਿਆਲੇ ਦੇ ਵਿੱਚ ਆਪਾਂ ਗੱਲ ਕਰੀਏ, ਪੂਰੇ ਪੰਜਾਬ ਦੇ ਵਿੱਚ 47 ਕਾਲਜ ਨੇ ਸਰਕਾਰੀ ਜੀ, ਤੇ ਇਕੱਲੇ ਪਟਿਆਲੇ ਦੇ ਵਿੱਚ ਪ੍ਰਾਈਵੇਟ ਕਾਲਜ 92 ਨੇ ਜੀ। ਜੇ ਆਪਾਂ ਕਰੀਏ, ਜੇ ਭਰਤੀ ਕਰ ਵੀ ਲੈਣਗੇ ਕਿੱਥੇ ਤੱਕ? ਜਿੰਨੀ ਸਿੱਖਿਆ ਦੀ ਲੋੜ ਆ, ਜਿੱਥੇ ਤੱਕ ਦੀ ਲੋੜ ਹੈਗੀ, ਉਹ ਤਾਂ ਉਹਨੂੰ ਪੂਰਾ ਕਰਨਗੇ ਵੀ ਨਹੀਂ। ਇਸ ਕਰਕੇ ਜਿਹੜਾ ਇਹ ਆ, ਸਰਕਾਰੀ ਅਦਾਰੇ ਲਗਾਤਾਰ ਬੰਦ ਹੋਣਗੇ ਤਾਂ ਪ੍ਰਾਈਵੇਟ ਚੱਲਣਗੇ। ਸਰਕਾਰੀ ਅਦਾਰਿਆਂ 'ਚ ਸਕੂਲ ਵੀ ਉਸ ਤਰੀਕੇ ਨਾਲ ਨੇਗੇ। ਇਸ ਕਰਕੇ ਜਿਹੜੇ ਪ੍ਰਾਈਵੇਟ ਤਾਂ ਜਿਵੇਂ ਸਿੱਧਾ ਉਹਨਾਂ ਦੀ ਇੱਛਾ, ਸਿੱਧਾ ਵੀ ਉਹਨਾਂ ਦੀ ਯੂਨੀਅਨ ਹੈਗੀਆਂ ਨੇ ਪ੍ਰਾਈਵੇਟ ਦੀਆਂ, ਉਹ ਵੀ ਫਰਕ ਪਾਉਂਦੀਆਂ ਨੇ। ਪਰ ਦੋ ਚੀਜ਼ਾਂ ਨੇ ਇਹਨੂੰ ਸਮਝਣ ਵਾਲੀਆਂ। ਪ੍ਰਾਈਵੇਟ ਅਦਾਰੇ ਨੇਗੇ, ਉਹ ਤਾਂ ਸਿੱਧੇ ਰੋਕਦੇ ਨੇ, ਉਹਨਾਂ ਦੀ ਯੂਨੀਅਨਾਂ ਬਣੀ ਹੋਈ ਨੇ, ਸਾਡੇ ਹੱਕ ਦੇ ਬਣਾਓ, ਸਾਨੂੰ ਮਿਲ ਕੇ ਆਓ। ਜਿਹੜੇ ਪ੍ਰਾਈਵੇਟ ਅਦਾਰੇ ਨੇ ਫੰਡਿੰਗ ਵੀ ਦਿੰਦੇ ਨੇ ਨਾ ਇਹਨਾਂ ਨੂੰ, ਸਰਕਾਰਾਂ ਨੂੰ ਬਣਨ ਵੇਲੇ ਦਿੰਦੇ ਨੇਗੇ, ਉਦੋਂ ਬਾਅਦ 'ਚ ਵੀ ਲਗਾਤਾਰ ਇਹਨਾਂ ਦੇ ਕੀ ਕਹਿੰਦੇ ਨੇ, ਕਮਿਸ਼ਨ ਜਾਂਦੇ ਰਹਿੰਦੇ ਨੇਗੇ। ਇਸ ਕਰਕੇ ਤੇ ਦੂਜੀ ਗੱਲ ਆ, ਇਹ ਹੈ ਇੱਕ ਤਾਂ ਪੁਆਇੰਟ। ਦੂਜੀ ਗੱਲ ਕੀ ਹੈ, ਸਰਕਾਰ ਜਿਹੜੀ ਪੂਰੀ ਸੇਵਾ ਹੀ ਪ੍ਰਾਈਵੇਟ ਅਦਾਰਿਆਂ ਦੀ ਕਰਦੀ ਆ, ਸੇਵਾ ਹੀ ਉਹਨਾਂ ਦੀ ਕਰਦੀ ਜਿਹਦੇ ਕੋਲ ਸਰਮਾਇਆ। ਇਸ ਕਰਕੇ ਦੋਨੇ ਐਂਗਲਾਂ ਤੋਂ
ਉਹ ਜਿਹੜੇ ਪ੍ਰਾਈਵੇਟ ਅਦਾਰੇ ਨੇ ਉਹ ਉੱਭਰਨ ਤੇ ਜਿਹੜੇ ਸਰਕਾਰੀ ਅਦਾਰੇ ਨੇ ਡੁੱਬਣ। ਇਹਨਾਂ ਦੇ ਵਿਚਲੀ ਜਿਹੜੀ ਅੰਦਰਲੀ ਦਿਮਾਗੀ ਇਹਨਾਂ ਦੀ ਸੰਪत्ति ਆ ਉਹਨੂੰ ਵੀ ਖੋਰਾ ਲਾਉਣਾ। ਉਹ ਦੋ ਤਰੀਕੇ ਦੇ ਨਾਲ ਆ ਵੀ ਇੱਥੇ ਦੇ ਵਿਦਿਆਰਥੀ ਵੀ ਕੋਈ ਸੁਚੇਤ ਨਾ ਹੋਣ, ਜਾਣਕਾਰ ਨਾ ਹੋਣ ਤੇ ਅਧਿਆਪਕ ਬਣਾ ਹੋਣ। ਇਹ ਕਿਸੇ ਕਾਲਜ ਯੂਨੀਵਰਸਿਟੀ ਦੇ ਦਿਮਾਗ ਨੇਗੇ। ਇਸ ਤੋਂ ਬਿਨਾਂ ਉਹਦਾ ਸਰੀਰ, ਢੰਗ ਦੀਆਂ ਬਿਲਡਿੰਗਾਂ ਨਹੀਂ। ਹੁਣ ਯੂਨੀਵਰਸਿਟੀ ਸਾਡੇ 'ਚ ਇੰਟੀਗ੍ਰੇਟਡ ਕੋਰਸ ਸਟਾਰਟ ਕੀਤਾ, ਉਹਦੇ ਪੜ੍ਹਨ ਵਾਸਤੇ ਕੋਈ ਉਹ ਹੀ ਨਹੀਂ ਹੈਗਾ, ਕਲਾਸ ਹੀ ਨਹੀਂ ਹੈਗੀ। ਇੱਕ ਕਲਾਸ 150-200 ਦੀ ਆਡੀਟੋਰੀਅਮ ਨੇ ਇੱਥੇ ਜਿਹੜੇ ਹਾਲ ਨੇਗੇ, ਉਹਨਾਂ 'ਚ ਕਲਾਸਾਂ ਲੱਗਦੀਆਂ ਨੇ। ਨਾ ਲਾਸਟ ਵਾਲੇ ਵਿਦਿਆਰਥੀ ਤੱਕ ਆਵਾਜ਼ ਨਹੀਂ ਪਹੁੰਚਦੀ ਹੈਗੀ। ਮਤਲਬ ਇਹਦਾ ਯੂਨੀਵਰਸਿਟੀ ਦਾ ਹਾਲਤ ਆ। ਕਾਲਜਾਂ 'ਚ ਜਾਈਏ ਤਾਂ ਇਦੋਂ ਵੀ ਮਾੜੀ ਆ, ਇਦੋਂ ਵੀ ਬੱਤਰ ਹੈ, ਇਦੋਂ ਵੀ ਭੈੜੇ ਹਾਲ ਨੇਗੇ। ਇਹ ਆ ਵੀ ਜੇ ਪ੍ਰਾਈਵੇਟ ਅਦਾਰਿਆਂ ਦਾ ਦੋਨੇ ਤਰੀਕੇ ਦੇ ਨਾਲ ਚਾਹੁੰਦੇ ਆ ਵੀ ਰਾਜਨੀਤੀ ਲੋਕਾਂ 'ਚ ਜਾਂ ਸੁਚੇਤਨ ਵਿਚਾਰ ਵਿਦਿਆਰਥੀਆਂ ਤੱਕ ਨਾ ਪਹੁੰਚੇ, ਤੇ ਸਰਕਾਰਾਂ ਚਾਹੁੰਦੇ ਨੇ ਵੀ ਆਮ ਲੋਕ ਉਹ ਵਿਚਾਰਾਂ ਦੇ ਨਾਲ ਨਾ ਜੁੜਨ। ਇਹ ਤਾਂ ਮਨਸ਼ਾ ਉਹਨਾਂ ਦੀ ਪੂਰੀ ਦੀ ਪੂਰੀ। ਸਰਕਾਰ ਸਹੂਲਤਾਂ ਬੰਦ ਕਰੇ ਤਾਂ ਜੋ ਲੋਕ ਆਪਣੇ ਆਪ ਹੀ ਪ੍ਰਾਈਵੇਟ ਵੱਲ ਸੇ ਵੱਧ ਜਾਣ। ਬਿਲਕੁਲ। ਤਾਂ ਕੀ ਲੱਗਦਾ ਹੈ ਕਿ ਵਿਦਿਆਰਥੀ ਕੀ ਸੰਘਰਸ਼ ਕਰਨਗੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਵਿਦਿਆਰਥੀ ਚੋਣਾਂ ਸ਼ੁਰੂ ਹੋਣ? ਉਹਦੇ ਲਈ ਇੱਕ ਨਾਰਾ ਹੈਗਾ, ਸਭ ਲਈ ਇੱਕੋ ਜਿਹੀ ਅਤੇ ਮਿਆਰੀ ਸਿੱਖਿਆ। ਸਭ ਲਈ ਸਿੱਖਿਆ ਹੋਣੀ ਚਾਹੀਦੀ ਆ। ਇੱਥੇ ਮਜ਼ਦੂਰ ਗਰੀਬ, ਉਹਨੂੰ ਮਾਪਿਆਂ ਕੋਲ ਇੰਨੇ ਪੈਸੇ ਨਹੀਂ ਹੁੰਦੇ ਹੈਗੇ ਵੀ ਉਹ ਆਪਦੇ ਬੱਚੇ ਜਵਾਕ ਨੂੰ ਪੜ੍ਹਾ ਸਕਣ। ਇੰਨਾ ਵਿਹਲਾ ਸਮਾਂ ਉਹਨਾਂ ਕੋਲ ਹੁੰਦਾ ਨਹੀਂ ਹੈਗਾ ਵੀ ਉਹ ਕੀ ਕਹਿੰਦੇ ਨੇ ਆਪਦਾ ਪਰਿਵਾਰ ਦਾ ਖਰਚਾ ਚੱਕ ਸਕਣ। ਹੁਣ ਇੱਕ ਪਿਓ ਦੀ ਜੇ ਦਿਹਾੜੀ ਆ 450-500 ਰੁਪਏ ਦਿਹਾੜੀ ਆ, 50-60 ਸਾਲ ਦੀ ਉਮਰ ਹੁੰਦੀ ਹੈ ਇੱਕ ਮਜ਼ਦੂਰ ਦੀ, 52 ਸਾਲ ਦੀ। ਉਦੋਂ ਬਾਅਦ 'ਚੋਂ ਉਹ ਉਹਨਾਂ ਕੰਮ ਸਰੀਰ ਦੀ ਤਾਕਤ ਨਹੀਂ ਰਹਿੰਦੀ ਜਿੰਨਾ ਕਰ ਸਕਦਾ ਗਾ। ਇਸ ਕਰਕੇ ਉਦੋਂ ਪਹਿਲਾਂ ਉਹਦੇ ਬੱਚੇ ਨੂੰ 16-17-18 ਸਾਲ ਦੀ ਉਮਰ ਦੇ ਵਿੱਚ ਉਹਨੂੰ ਲੱਗਣਾ ਪੈਂਦਾ ਦਿਹਾੜੀ ਤੇ, ਨਹੀਂ ਉਹਨਾਂ ਦਾ ਪਰਿਵਾਰ ਰੁਕ ਜਾਂਦਾ। ਇਸ ਤਰੀਕੇ ਦੀ ਆਪਣੇ ਸਮਾਜ ਦੀ ਬਣਤਰ ਆ। ਫਿਰ ਇਸ ਕਰਕੇ ਸਭ ਲਈ ਸਿੱਖਿਆ ਹੋਣੀ ਚਾਹੀਦੀ ਆ, ਉਹ ਕਿਸੇ ਵੀ ਵਰਗ ਦਾ ਹੋਵੇ। ਅੱਜ ਦੇ ਸਮਾਜ ਦੀ ਜਿਸ ਸਮੇਂ ਜਿੱਥੇ ਅੱਜ ਬੁਨਿਆਦੀ ਹੱਕ ਆ ਸਿੱਖਿਆ, ਮੈਂ ਥੋੜ੍ਹੀ ਜਿਹੀ ਗੱਲ ਕਰਦਾ। ਬੁਨਿਆਦੀ ਹੱਕ ਦਾ ਮਤਲਬ ਕੀ ਹੁੰਦਾ? ਜੀ ਤੋਂ ਬਿਨਾਂ ਜਿਉ ਨਹੀਂ ਸਕਦਾ। ਜਿਵੇਂ ਖਾਣਾ ਬੁਨਿਆਦੀ ਹੱਕ ਆ, ਰਹਿਣਾ ਬੁਨਿਆਦੀ ਹੱਕ ਆ, ਜੇ ਆਪਾਂ ਕਹੀਏ ਰੁਜ਼ਗਾਰ ਬੁਨਿਆਦੀ ਹੱਕ ਆ, ਹਾਂ ਉਹ ਸਾਰੇ ਬੁਨਿਆਦੀ ਹੱਕ ਨੇ। ਸਿੱਖਿਆ ਦਾ ਬੁਨਿਆਦੀ ਹੱਕ ਆ, ਕਿਉਂਕਿ ਸਮਾਜ ਜਿਸ ਪੜਾਅ ਦੇ ਉੱਤੇ ਪਹੁੰਚ ਚੁੱਕਿਆ, ਇਹਦੇ ਉੱਤੇ ਕਿਸੇ ਵੀ ਇਨਸਾਨ ਨੇ ਸਨਮਾਨਯੋਗ ਜ਼ਿੰਦਗੀ ਜਿਉਣੀ ਹੈ। ਜੇ ਉਹਨੂੰ ਸਿੱਖਿਆ ਨਹੀਂ ਹੈਗੀ ਤਾਂ ਉਹਨੂੰ ਨਹੀਂ ਪਤਾ ਵੀ ਅਲੱਗ-ਅਲੱਗ ਪਾਲਿਸੀ ਵਾਸਤੇ ਫਾਰਮ ਕਿਵੇਂ ਭਰਨਾ। ਉਹਨੂੰ ਨਹੀਂ ਪਤਾ ਲੱਗਦਾ ਵੀ ਕਿੱਥੋਂ ਰੁਜ਼ਗਾਰ ਆਉਂਦਾ, ਕਿੱਥੇ ਐਡਵਰਟਾਈਜ਼ਮੈਂਟ ਹੁੰਦੀ, ਕਿਹੜਾ ਸਮਾਨ ਖਰੀਦਣਾ, ਕਿਹੜਾ ਪ੍ਰੋਡਕਟ ਖਰੀਦਣਾ, ਉਹਦੀ ਐਕਸਪਾਇਰੀ ਡੇਟ ਕੀ ਆ, ਉਹਦਾ ਕੀ ਆ। ਹੁਣ ਇਹਦੇ ਵਾਸਤੇ ਅੱਜ ਦੇ ਸਮੇਂ 'ਚ ਸਨਮਾਨਯੋਗ ਜ਼ਿੰਦਗੀ ਜਿਉਣੀ ਬੁਨਿਆਦੀ ਹੱਕ ਬਣ ਚੁੱਕਿਆ। ਅੱਜ ਦੇ ਸਮੇਂ ਦੇ ਹਿਸਾਬ ਨਾਲ ਜੇ ਜਿਉਣਾ ਸਿੱਖਿਆ ਹੋਣੀ। ਇਸ ਕਰਕੇ ਵੀ ਜਿਹੜਾ ਸਭ ਲਈ ਸਿੱਖਿਆ ਹੋਣੀ ਚਾਹੀਦੀ ਆ ਅਤੇ ਮਿਆਰੀ। ਉਹ ਇਹ ਨਹੀਂ ਹੁਣ ਜਿਵੇਂ ਸਕੂਲਾਂ ਦੇ ਵਿੱਚ ਆਪਾਂ ਗੱਲ ਕਰੀਏ, ਕੋਈ ਸਟੈਂਡਰਡ ਨਹੀਂ ਹੈਗਾ ਸਿੱਖਿਆ ਦਾ, ਬਹੁਤ ਮਾੜੇ ਪੱਧਰ ਦੀ। ਉਹਨੂੰ ਸਿੱਖਿਆ ਨੂੰ ਤੁਸੀਂ ਕੀ ਕਹਿੰਦੇ ਨੇ, ਕੋਈ ਰੁਜ਼ਗਾਰ ਨਾਲ ਨਹੀਂ ਜੋੜ ਸਕਦੇ, ਤੁਸੀਂ ਸੁਚੇਤਨ ਇਨਸਾਨ ਨਹੀਂ ਬਣਾਉਂਦੇ ਇੱਥੇ, ਤੁਸੀਂ ਐਨਾਲਾਈਜ਼ ਨਹੀਂ ਕਰ ਸਕਦੇ, ਤੁਸੀਂ ਸਮਾਜ 'ਚ ਚੱਲ ਕੀ ਰਿਹਾ ਆਹ ਸਿੱਖਿਆ ਨੂੰ ਪੜ੍ਹਦੇ ਹੋਏ ਤੁਸੀਂ ਉਹਨੂੰ ਨਹੀਂ ਸਮਝ ਸਕਦੇ। ਉਹਨੂੰ ਸਮਝਣ ਵਾਸਤੇ ਇੱਕ ਸਟੈਂਡਰਡਾਈਜ਼ ਐਜੂਕੇਸ਼ਨ ਹੋਣੀ ਚਾਹੀਦੀ ਆ। ਅਤੇ ਇਸ ਤੋਂ ਬਿਨਾਂ ਸਭ ਲਈ ਇੱਕੋ ਜਿਹੀ। ਹੁਣ ਜਿਵੇਂ ਕਹੀਏ, ਇੱਕ ਤਾਂ ਪਾਸ ਕੀਤਾ ਹੋਇਆ ਇਹਨਾਂ ਨੇ ਵੀ ਤੁਸੀਂ ਜਿਹਨੇ ਪੜ੍ਹਨਾ ਸਰਕਾਰੀ ਸਕੂਲਾਂ 'ਚ ਤੁਸੀਂ ਫ੍ਰੀ ਜਾਓ ਪੜ੍ਹ ਸਕਦੇ ਹੋ ਨਾ। ਚਲੋ ਆਪਾਂ ਇਹ ਗੱਲ ਦਈਏ, ਇੱਥੇ ਸਹੂਲਤਾਂ ਦਿੰਦੇ ਵੀ ਆ। ਹੁਣ ਇੱਕ ਵਿਦਿਆਰਥੀ ਕੌਨਵੈਂਟ 'ਚ ਪੜ੍ਹਦਾ, ਕੋਈ ਇੱਥੇ ਯਾਦਵਿੰਦਰਾ 'ਚ ਪੜ੍ਹਦਾ, YPS 'ਚ ਪੜ੍ਹਦਾ ਕੋਈ, ਹੁਣ ਉਹ ਕਿੱਥੇ ਕੰਪੀਟ ਕਰ ਸਕਦਾ? ਸਮਾਜ ਦੇ ਵਿੱਚ ਜਿਹੜੇ ਪੱਧਰ ਦੀ ਟੈਕਨੀਕ ਪਹੁੰਚ ਚੁੱਕੀ ਹੈ ਐਜੂਕੇਸ਼ਨ ਦੇ ਵਿੱਚ, ਜਿੰਨਾ ਵਿਦਿਆਰਥੀ ਨੂੰ ਬਿਹਤਰ ਤਰੀਕੇ ਨਾਲ ਸਿਖਾਇਆ ਜਾ ਸਕਦਾ ਗਾ, ਉਹ ਪੱਧਰ ਦੀ ਜਿਹੜੀ ਐਜੂਕੇਸ਼ਨ ਆ ਹਰ ਇੱਕ ਦਾ ਹੱਕ ਹੈਗਾ। ਜਿਹੜੇ ਸਕੂਲ ਦੇ ਵਿਦਿਆਰਥੀ ਨੇ ਸਰਕਾਰੀ ਸਕੂਲਾਂ ਵਾਲੇ ਨੇ, ਉਹਨਾਂ ਦਾ ਢੰਗ ਨਾਲ ਕਿਤਾਬਾਂ ਨਹੀਂ ਹੁੰਦੀਆਂ, ਉਹਨਾਂ ਨੂੰ ਬੈਠਣ ਦੀ ਢੰਗ ਨਾਲ ਜਗ੍ਹਾ ਨਹੀਂ ਹੁੰਦੀ, ਉਹਨਾਂ ਦੇ ਸਰੀਰ ਦੀ ਤਾਕਤ ਉਹਨਾਂ ਨੂੰ ਖਾਣ ਦੇ ਘਰੋਂ ਇੰਨਾ ਨਹੀਂ ਮਿਲਦਾ ਹੈਗਾ ਵੀ ਉਹ ਉਹਨਾਂ ਦੀ ਤਾਕਤ ਬਚੀ ਰਹੇ ਜਾਂ ਉਹਨਾਂ ਬਿਹਤਰ ਦਿਮਾਗ ਉਹਨਾਂ ਦਾ ਉਹਨਾਂ ਕੀ ਕਹਿੰਦੇ ਨੇ ਰਿਲੈਕਸ ਰਹਿ ਸਕੇ। ਉਹ ਸਾਰੀ ਸਹੂਲਤਾਂ ਮਿਲਦੀਆਂ ਨਹੀਂ। ਇਸ ਕਰਕੇ ਕੀ ਹੈ ਸਟੈਂਡਰਡਾਈਜ਼। ਅਤੇ ਇਹ ਨਾਰੇ ਦੇ ਤਿੰਨ ਹਿੱਸੇ ਨੇ, ਸਭ ਲਈ ਇੱਕੋ ਜਿਹੀ ਅਤੇ ਮਿਆਰੀ ਸਿੱਖਿਆ। ਇਹਦੇ ਵਾਸਤੇ ਵਿਦਿਆਰਥੀ ਨੂੰ ਲੜਨਾ ਚਾਹੀਦਾ। ਪਰ ਵਿਦਿਆਰਥੀ ਤਾਂ ਰਾਜਨੀਤੀ ਨਫ਼ਰਤ ਕਰਦੇ ਨੇ, ਉਹਨੇ ਗੰਦੀ ਚੀਜ਼ ਇਹ, ਅਸੀਂ ਨਹੀਂ ਆਉਂਦੇ ਰਾਜਨੀਤੀ 'ਚ। ਇਹ ਫਿਰ ਉਹ ਮਤਲਬ ਵੀ ਮੈਂ ਆਪਣੀ ਗੱਲ 'ਤੇ ਵਾਪਸ ਆਉਣਾ ਗਾ। ਇਹ ਅੱਜ ਦੇ ਪ੍ਰਬੰਧ ਨੇ, ਸਰਕਾਰਾਂ ਨੇ ਲਗਾਤਾਰ। ਹੁਣ ਮੈਂ ਆਪਣੇ ਪਰਿਵਾਰ ਦੀ ਗੱਲ ਦੱਸਦਾ ਜੀ। ਮੇਰੀ ਮਾਂ ਮੈਨੂੰ ਜਦੋਂ ਮੈਂ ਪਿੰਡੋਂ ਨਿਕਲਿਆ ਕਹਿੰਦੀ ਵੀ ਪਾਰਟੀਆਂ ਵਾਲੇ ਤੋਂ ਦੂਰ ਰਹੇ। ਹੁਣ ਰਾਜਨੀਤੀ ਦਾ ਮਤਲਬ ਹੁੰਦਾ ਇੱਥੇ ਗਰੁੱਪਾਂ ਦੀ ਝੜਪ ਹੋ ਗਈ ਜੀ, ਆਹ ਲੜ ਪਏ, ਪੋਸਟਰ ਲੱਗ ਗਏ, ਹਾਂ ਪੋਸਟਰ ਪਾੜਤੇ, ਹਾਂ। ਹੁਣ ਇਹ ਹੈਗੇ ਇਸ ਤਰੀਕੇ ਦੇ, ਇਕੱਲੇ ਨਹੀਂ ਥੋੜੂ ਨੇ। ਇਸ ਤੋਂ ਬਿਨਾਂ ਵਿਦਿਆਰਥੀ ਦੇ ਮੰਗਾਂ ਮਸਲਿਆਂ 'ਤੇ ਲੜਨ ਵਾਲੇ, ਅਲੱਗ-ਅਲੱਗ ਮਸਲਿਆਂ 'ਤੇ ਡਿਸਕਸ਼ਨਾਂ ਕਰਨ ਵਾਲੇ, ਸਮਾਜ ਨੂੰ ਸਮਝਣ ਵਾਲੇ, ਉਹ ਇੱਕ ਤਬਕਾ ਵੀ ਹੈਗਾ ਜਿਹੜਾ ਉਹਦਾ ਹਿੱਸਾ ਉਹ ਸਾਡੇ ਸਮਾਜ ਦੇ ਵਿੱਚ TV ਮੀਡੀਆ ਇਹ ਪਾਰਟੀਆਂ ਵਾਲੇ ਅਲੱਗ-ਅਲੱਗ ਇਸ ਤਰੀਕੇ ਨਾਲ ਪ੍ਰਚਾਰ ਕਰ ਰਹੇ ਨੇਗੇ ਵੀ ਰਾਜਨੀਤੀ ਤਾਂ ਬਹੁਤ ਮਾੜੀ ਚੀਜ਼ ਹੁੰਦੀ ਆ। ਰਾਜਨੀਤੀ ਦਾ ਮਤਲਬ ਹੁੰਦਾ ਕਿਸੇ ਨੂੰ ਲੁੱਟਣਾ। ਰਾਜਨੀਤੀ ਦਾ ਮਤਲਬ ਕੀ ਹੁੰਦਾ? ਆਪ ਦਾ ਸਵਾਰਥ ਦੇਖਣਾ, ਸਿਰਫ ਆਪਦੇ ਆਪ ਨੂੰ ਚਮਕਾਉਣਾ। ਹੁਣ ਰਾਜਨੀਤੀ ਦੀ ਡੈਫੀਨੇਸ਼ਨ ਇਹ ਜਾਂਦੀ ਆ, ਜਿਹੜੀ ਦੂਸਰੀ ਡੈਫੀਨੇਸ਼ਨ ਆ ਇੱਕ ਮਨੁੱਖ ਹੋਣ ਦਾ ਇੱਕ ਫਰਜ਼ ਆ, ਇਹ ਹਿੱਸਾ ਨਹੀਂ ਜਾ ਰਿਹਾ। ਇਹਨੂੰ ਸਾਡੀ ਕੋਸ਼ਿਸ਼ ਆ, ਅਸੀਂ ਤਾਂ ਇਹਦੇ ਲਈ ਆਪ ਵਚਨਬੱਧ ਹਾਂ। ਸਾਡੀ ਜਥੇਬੰਦੀ
ਵੀ ਇਹ ਵਿਚਾਰ ਲੈ ਕੇ ਜਾਵਾਂਗੇ ਘਰ ਜਿੱਥੇ ਤੱਕ ਹੈਗਾ ਵਿਦਿਆਰਥੀ ਹੈਗੇ ਆ ਉਹਨਾਂ ਤੱਕ ਪਹੁੰਚਾਈਏ। ਉਹਨਾਂ ਵਿਦਿਆਰਥੀਆਂ ਨੂੰ ਕਹੀਏ ਵੀ ਜਿੰਨਾ ਚਿਰ ਤੁਸੀਂ ਵਿਦਿਆਰਥੀ ਹੋ ਉਹਨਾਂ ਵਿਦਿਆਰਥੀਆਂ ਦੇ ਮੰਗਾਂ ਮਸਲਿਆਂ ਦੇ ਉੱਤੇ ਲੜਦੇ ਹੋਏ ਅਲੱਗ-ਅਲੱਗ ਤਬਕੇ ਉੱਤੇ ਪੂਰੇ ਸਮਾਜ ਦੇ ਵਿੱਚ ਤੁਸੀਂ ਉਹਨਾਂ ਤਬਕਿਆਂ ਵਾਸਤੇ ਵੀ ਲੜੋ। ਕਿਉਂਕਿ ਤੁਹਾਡੇ ਭਾਈ ਭੈਣ ਵੀ ਨੇ ਤਾਂ ਵਿਦਿਆਰਥੀ ਨਹੀਂ ਹੈਗੇ, ਤੁਹਾਡੇ ਮਾਪੇ ਕੱਲ੍ਹ ਨੂੰ ਤੁਸੀਂ ਰੁਜ਼ਗਾਰ ਲੈਣਾ ਉਹ ਤਾਂ ਤੁਸੀਂ ਵਿਦਿਆਰਥੀ ਨਹੀਂ ਰਹੋਗੇ। ਪੂਰਾ ਪ੍ਰਬੰਧ ਤੁਹਾਡੇ ਨਾਲ ਜੁੜਿਆ ਹੋਇਆ, ਇਸ ਕਰਕੇ ਸਾਰੀਆਂ ਇਕੱਲੀ ਚੀਜ਼ਾਂ ਪ੍ਰਤੀ ਸੁਚੇਤ ਹੋ। ਇਸ ਤੋਂ ਬਿਨਾਂ ਜਦੋਂ ਤੁਸੀਂ ਵਿਦਿਆਰਥੀ ਨਹੀਂ ਰਹੋਗੇ ਸਮਾਜ ਦੇ ਕਿਸੇ ਵੀ ਤਬਕੇ ਦਾ ਹਿੱਸਾ ਬਣੋਗੇ ਉਹਨਾਂ ਲਈ ਤੁਸੀਂ ਲੜੋ। ਹੁਣ ਜਿਵੇਂ ਅੱਜ ਕੀ ਆ, ਵਿਦਿਆਰਥੀ ਆਪਦੇ ਮੰਗਾਂ ਮਸਲਿਆਂ ਲਈ ਲੜਨਾ, ਅਧਿਆਪਕ ਆਪਦੇ ਮੰਗਾਂ ਮਸਲਿਆਂ ਲਈ ਲੜਨਾ, ਕਿਰਤੀ ਆਪਦੇ ਮੰਗਾਂ ਮਸਲਿਆਂ ਲਈ, ਅਲੱਗ-ਅਲੱਗ ਤਬਕਾ ਅਲੱਗ-ਅਲੱਗ ਜਮਾਤਾਂ, ਤਾਂ ਪੂਰੇ ਦੇ ਪੂਰੇ ਜਦੋਂ ਇਕੱਠੇ ਹੋ ਕੇ ਪ੍ਰਬੰਧ ਦੇ ਖਿਲਾਫ ਲੜਨਗੇ ਤਾਂ ਪਤਾ ਲੱਗ ਜੂ ਵੀ ਪ੍ਰਬੰਧ ਨੂੰ ਬਦਲਣ ਦੀ ਲੋੜ ਆ, ਤਾਂ ਪੂਰੇ ਦਾ ਪੂਰਾ ਪ੍ਰਬੰਧ ਬਦਲਿਆ ਜਾਊਗਾ। ਇਸ ਕਰਕੇ ਸਾਡੀ ਇਹ ਕੋਸ਼ਿਸ਼ ਹੋਊਗੀ ਜਾਂ ਅਸੀਂ ਵਿਦਿਆਰਥੀਆਂ ਨੂੰ ਇਹ ਅਪੀਲ ਕਰਾਂਗੇ ਵੀ ਤੁਸੀਂ ਆਪਦੇ ਹੱਕਾਂ ਦੇ ਲਈ ਜਾਣੂ ਹੋ, ਉਹਨਾਂ ਲਈ ਲੜੋ, ਅਤੇ ਸਮਾਜ ਦੇ ਜਿਹੜੇ ਤਬਕੇ 'ਚ ਤੁਸੀਂ ਰਹਿ ਰਹੇ ਹੋ ਉਹਨਾਂ ਦੇ ਹੱਕਾਂ ਲਈ ਜਾਣੂ ਹੋ, ਤਾਂ ਹੀ ਪ੍ਰਬੰਧ ਬਦਲਿਆ ਜਾ ਸਕਦਾ, ਤਾਂ ਹੀ ਇੱਥੇ ਮਨੁੱਖਾਂ ਦੇ ਰਹਿਣ ਯੋਗ ਜ਼ਿੰਦਗੀ ਹੋ ਸਕਦੀ ਆ। ਨਹੀਂ ਤਾਂ ਜਿਵੇਂ ਜਾਨਵਰ ਰਹਿੰਦੇ ਆ ਢਿੱਡ ਦੇ ਦੁਆਲੇ ਘੁੰਮ ਕੇ ਜਿਉਂਦੇ ਆ ਮਰਦੇ ਆ, ਖਾ ਲਿਆ ਪੀ ਲਿਆ ਬੱਚੇ ਪੈਦਾ ਕਰ ਲਏ ਮਰ ਗਏ। ਤੁਹਾਡੀ 70 ਸਾਲ ਦੀ 80 ਸਾਲ ਦੀ ਜ਼ਿੰਦਗੀ ਆ, ਕੀ ਖੱਟਾ ਕੀ ਪਾਇਆ ਉਹਦੇ ਲਾਸਟ ਵਾਲੇ ਸਮੇਂ 'ਚ ਤੁਸੀਂ ਯਾਦ ਕਰੋਗੇ। ਪਰ ਜਿਹੜੇ ਹੁਣ ਦੇ ਨੌਜਵਾਨ ਬਣਦੇ ਆ ਕਾਲਜਾਂ ਪ੍ਰਧਾਨ, ਉਹਨਾਂ ਸਿਰਫ ਇੱਕ ਕੰਮ ਰਹਿ ਗਿਆ, ਪੋਸਟਰ ਲਗਾਉਣੇ, ਨਾ ਲੜਨਾ ਤੇ ਨਸ਼ੇ। ਤੁਹਾਡੀ ਗੱਲ ਬਿਲਕੁਲ ਠੀਕ ਹੈ। ਜਿਵੇਂ ਇਹਦੇ ਵਿੱਚ ਇਸ ਤਰੀਕੇ ਦੇ ਹੈਗੇ ਨੇ, ਪਰ ਜੇ ਆਪਾਂ ਕੁੱਲ ਵਿਦਿਆਰਥੀਆਂ ਦੇ ਹਿੱਸੇ ਦੀ ਗੱਲ ਕਰੀਏ ਤਾਂ ਬਹੁਤ ਛੋਟਾ ਹਿੱਸਾ ਜੀ। ਜੇ ਆਪਾਂ ਇਸ ਤਰੀਕੇ ਦਾ ਕੰਮ ਬਹੁਤ ਜ਼ਿਆਦਾ ਕਾਲਜਾਂ 'ਚ ਜਾਂ ਜਿੱਥੇ ਆਪਾਂ ਦੇਖ ਰਹੇ ਹਾਂ ਸਕੂਲਾਂ ਤੱਕ ਵੀ ਪਹੁੰਚ ਗਿਆ ਤਾਂ ਜੀ, ਪਰ ਉਹ ਓਵਰਆਲ ਦੇ ਵਿੱਚ ਦੇਖੀਏ ਬਹੁਤ ਛੋਟਾ ਹਿੱਸਾ। ਉਹਦੇ ਵਾਸਤੇ ਜਿਹੜਾ ਵੱਡਾ ਹਿੱਸਾ ਹਲੇ ਬਚਿਆ ਪਿਆ ਜੀ। ਉਹ ਦੂਜੀ ਗੱਲ ਆ, ਜਿਹੜਾ ਇੱਧਰ ਨੂੰ ਚਲਿਆ ਵੀ ਗਿਆ ਉਹਦਾ ਕਾਰਨ ਇਹ ਆ ਕਿ ਵਿਦਿਆਰਥੀ ਜਥੇਬੰਦੀਆਂ ਦੀ ਅਣਹੋਂਦ ਹੈਗੀ ਜੀ। ਅਣਹੋਂਦ ਤਾਂ ਗਲਤ ਸ਼ਬਦ ਆ, ਉੱਥੇ ਤੱਕ ਉਸ ਪੱਧਰ ਦੀ ਪਹੁੰਚ ਨਹੀਂ ਪਹੁੰਚੀ। ਜਿਵੇਂ ਇਹਨੂੰ ਸਮਝਣਾ ਥੋੜ੍ਹਾ ਜਿਹਾ ਇਸ ਤਰੀਕੇ ਨਾਲ ਸਮਝਿਆ ਜਾਊਗਾ, ਜੇ ਮੰਨ ਲਾ ਅਸੀਂ ਚਾਹੀਏ ਵੀ ਇਕੱਲੀ ਵਿਦਿਆਰਥੀ ਦੀ ਬਹੁਤ ਵੱਡੀ ਮੂਵਮੈਂਟ ਹੋਵੇ ਜੀ ਤੇ ਬਾਕੀ ਤਬਕਾ ਕੁਝ ਨਾ ਬੋਲੇ, ਇਹ ਹੋ ਹੀ ਨਹੀਂ ਸਕਦਾ। ਜਿਵੇਂ 70ਵੇਂ ਦੌਰ ਦੇ ਵਿੱਚ ਪੰਜਾਬ ਸਟੂਡੈਂਟ ਯੂਨੀਅਨ ਦੀ ਬਹੁਤ ਵੱਡੀ ਚੜ੍ਹਾਈ ਸੀਗੀ, ਉਹ ਸਮੇਂ ਦੇ ਵਿੱਚ ਕਿਸਾਨ ਵੀ ਲੜ ਰਹੇ ਸੀਗੇ, ਉਹ ਸਮੇਂ ਵਿੱਚ ਨੌਜਵਾਨ ਵੀ ਲੜ ਰਹੇ ਸੀ। ਵਿਦਿਆਰਥੀ ਜਦੋਂ ਪਾਸ ਹੁੰਦੇ ਸੀ ਨੌਜਵਾਨਾਂ ਦਾ ਹਿੱਸਾ ਘਰੇ ਜਾ ਕੇ ਨੌਜਵਾਨਾਂ ਦਾ ਹਿੱਸਾ ਲੜਦੇ ਸੀਗੇ, ਪਿੰਡ ਦੇ ਮੰਗਾਂ ਮਸਲਿਆਂ 'ਤੇ ਲੜਦੇ ਸੀਗੇ। ਜਦੋਂ ਉਹ ਕਾਲਜ ਦੇ ਵਿੱਚ ਸੀਗੇ ਕਾਲਜ ਦੇ ਮੰਗਾਂ ਮਸਲੇ 'ਤੇ, ਜਦੋਂ ਉਹ ਖੇਤ ਦੇ ਵਿੱਚ ਆਪਦੇ ਪਿਓ ਨਾਲ ਜਾਂਦੇ ਕਿਸਾਨ ਦੇ ਮਸਲੇ ਦੇ ਉੱਤੇ ਲੜਦੇ, ਜਿਵੇਂ ਮਜ਼ਦੂਰ ਨਾਲ ਜਾਂਦੇ ਸੀ ਉਦੋਂ ਲੜਦੇ ਸੀਗੇ। ਇਸ ਕਰਕੇ ਪੂਰੇ ਤਬਕੇ ਨੂੰ ਖੜੇ ਹੋਣ ਦੀ ਲੋੜ ਹੈ। ਜਿਵੇਂ ਕਿਸਾਨ ਮੂਵਮੈਂਟ ਕਿਸਾਨੀ ਅੰਦੋਲਨ ਦੇ ਵਿੱਚ ਹਰੇਕ ਤਬਕੇ ਨੇ ਸ਼ਮੂਲੀਅਤ ਕੀਤੀ। ਹਾਂ, ਇਸ ਤਰੀਕੇ ਨਾਲ ਜਿਵੇਂ ਪੂਰਾ ਆਈਡੀਆ ਜਾਂ ਪੂਰਾ ਵਿਚਾਰ ਪਹੁੰਚਾਉਣਾ ਟੁੱਟ ਕੇ ਨਹੀਂ ਹੋ ਸਕਦਾ। ਜੈਸੇ ਕਿ ਇਹ ਇਕੱਲੀ ਸਾਡੀ PSU ਲਲਕਾਰ, ਇਕੱਲੀ ਅਸੀਂ ਜਾ ਕੇ ਸਾਰੇ ਵਿਦਿਆਰਥੀਆਂ ਨੂੰ ਖੜਾ ਕਰ ਲਾਂਗੇ, ਇਹ ਇੱਕ ਝੂਠਾ ਵਾਅਦਾ ਹੋਊਗਾ ਅਤੇ ਝੂਠੀ ਗੱਲ ਹੋਊਗੀ। ਸਾਰੇ ਤਬਕਿਆਂ ਨੂੰ ਨਾਲ ਲੈ ਕੇ ਚੱਲਣਾ ਪਊਗਾ, ਉਹਨਾਂ ਨਾਲ ਲਗਾਤਾਰ ਸਾਰੇ ਤਬਕੇ ਪੂਰੇ ਸਾਰੀ ਰਾਜਨੀਤੀ ਦਾ ਹਿੱਸਾ ਬਣਨਗੇ। ਜਿਵੇਂ ਹੁਣ ਤੁਹਾਡੀ ਪਹਿਲਾਂ ਮੈਂ ਗੱਲ ਕਰ ਰਿਹਾ ਸੀ, ਸਾਡੇ ਮਾਪੇ ਹੁਣ ਕਹਿੰਦੇ ਤੁਹਾਨੂੰ ਰਾਜਨੀਤੀ ਦਾ ਹਿੱਸਾ ਨਹੀਂ ਬਣਨਾ ਚਾਹੀਦਾ, ਪਰ ਜਦੋਂ ਕਿਸਾਨੀ ਮੂਵਮੈਂਟ ਸੀਗੀ ਮਾਪੇ ਖੁਸ਼ ਹੁੰਦੇ ਸੀਗੇ ਜੀ, ਘਰੋਂ ਔਰਤਾਂ ਨੂੰ ਘਰੋਂ ਬਾਹਰ ਨਹੀਂ ਭੇਜਦੇ ਸੀਗੇ, ਭੇਜੀਆਂ। ਜਿਵੇਂ ਇਸ ਤਰੀਕੇ ਨਾਲ ਸਾਰੇ ਤਬਕੇ ਜਦੋਂ ਇਕੱਠੇ ਚੱਲਣਗੇ ਉਦੋਂ ਹੀ ਕਿ ਵੱਡਾ ਬਦਲ ਹੋ ਸਕਦਾ। ਇਹ ਗੱਲ ਹੈਗੀ ਆ ਵਿਦਿਆਰਥੀ ਮੂਵਮੈਂਟ ਦੀ ਵੱਡੀ ਭੂਮਿਕਾ ਵੀ ਉਹ ਵਿਚਾਰ ਦਾ ਫੈਲਾਅ ਵੱਧ ਕਰਨ, ਕਿਉਂਕਿ ਉਹਨਾਂ ਕੋਲ ਪੜ੍ਹਨ ਦਾ ਲਿਖਣ ਦਾ ਸਮਾਂ ਹੈਗਾ, ਵਾਹਕ ਬਣ ਸਕਦੀ ਆ, ਪਰ ਸਾਰੇ ਤਬਕੇ ਨਾਲ ਲੈ ਕੇ ਚੱਲਣੇ ਪੈਣਗੇ। ਤੁਹਾਡਾ RMB ਨਾਲ ਗੱਲਬਾਤ ਕਰਨ ਦੇ ਲਈ ਧੰਨਵਾਦ, ਸਾਨੂੰ ਸਮਾਂ ਦਿੱਤਾ ਜੀ। ਧੰਨਵਾਦ। ਤਾਂ ਇਹ ਸਨ ਹਰਪ੍ਰੀਤ ਸਿੰਘ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਦੇ ਵੱਲੋਂ ਵਿਦਿਆਰਥੀਆਂ ਨੂੰ ਰਾਜਨੀਤੀ ਦੂਰ ਲੈਣ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ, ਤੇ ਉਹਨਾਂ ਲੱਗਦਾ ਹੈ ਕਿ ਵਿਦਿਆਰਥੀ ਰਾਜਨੀਤੀ ਨਾ ਆਉਣ ਤਾਂ ਉਹਨਾਂ ਦਾ ਭਵਿੱਖ ਖਤਮ ਹੋ ਜਾਵੇਗਾ। ਅਜਿਹੀਆਂ ਹੋਰ ਖਾਸ ਇੰਟਰਵਿਊ ਲਈ ਜੁੜੇ ਰਹੋ RMB ਟੈਲੀਵਿਜ਼ਨ ਦੇ ਨਾਲ। ਧੰਨਵਾਦ।